ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਿਰਦਾ ਕੇਦਾਰ ਸੁਧਾਰਨਾ। ਤਜਨਾ ਸਰਬ ਬਿਕਾਰ। ਸਤਿਗੁਰ ਕਰਨਾ ਜਲ ਪਰ। ਭਗਤ ਕ੍ਰਿਖੀ ਹੁਐ ਸਾਰ। ਹਿਰਦਾ ਕੇਦਾਰ ਸੁਧਾਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਪ੍ਰਤੱਖ ਹਰਿ ਸਤਿਗੁਰੂ ਮਹਾਰਾਜ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਬਹੁਤ ਹੀ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਕੀਆਂ ਸੰਗਤਾਂ ਭਾਵਨਾ ਵਾਲੀਆਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਤਨੇਮ ਨਾਲ ਹੀ ਜੁੜ ਕੇ ਲਾਹਾ ਲੈਂਦੀਆਂ ਹਨ। ਸੱਚੇ ਪਾਤਸ਼ਾਹ ਜੀ ਬੇਅੰਤ ਬੇਅੰਤ ਕਿਰਪਾ ਕਰਦੇ ਆਪਣੇ ਦਰਸ਼ਨ ਦੇ ਕੇ ਨਿਤਨੇਮ ਨਾਲ ਹੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੋਧਾਰ ਰਹਿ ਰਾਸ ਹੈ ਬਾਣੀ ਦੇ ਜਾਪ ਹੋਏ ਹੈ। ਮਹਾਰਾਜ ਜੀ ਦੀ ਸੱਚ ਕੀ ਬਾਣੀ ਦੇ ਜਾਪ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਲੜੀਵਾਰ ਰੂਪ ਵਿੱਚ ਕਥਾ ਰੂਪ ਵਿੱਚ ਸਰਵਣ ਸੰਗਤਾਂ ਦੀ ਸੇਵਾ ਵਿੱਚ ਕਰਾਇਆ ਜਾਂਦਾ ਹੈ। ਹੁਣ ਸਾਧ ਸੰਗਤ ਜੀ ਉਸ ਗੁਰੂ ਮਹਾਰਾਜ ਦੀ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ। ਬੇਅੰਤ ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਣ ਕੇ ਕਰਤਾਰਪੁਰ ਸਾਹਿਬ ਮਹਾਰਾਜ ਦਰਸ਼ਨ ਕਰ ਰਹੀਆਂ ਆਪਣੀਆਂ ਮਨੋਕਾਮਨਾਵਾਂ ਇੱਛਾਵਾਂ ਭਾਵਨਾਵਾਂ ਸੰਪੂਰਨ ਕਰ ਰਹੀਆਂ ਹਨ। ਗੁਰੂ ਦੀਆਂ ਸੰਗਤਾਂ ਗੁਰੂ ਸਾਹਿਬ ਜੀ ਪੋਹ ਮਾਘ ਦੇ ਦਿਨਾਂ ਵਿੱਚ ਰਾਵੀ ਨਦੀ ਦੇ ਵਿੱਚ ਇਸ਼ਨਾਨ ਕਰਨ ਚਲੇ ਜਾਂਦੇ ਹੈ। ਸਵਾ ਪਹਿਰ ਰਾਤ ਰਹਿੰਦਿਆਂ
ਸਾਰੀ ਸਿੱਖ ਸੰਗਤ ਉਹਦੇ ਇੱਥੇ ਧਰਮਸ਼ਾਲਾ ਵਿੱਚ ਹੀ ਹੁੰਦੀ ਹੈ। ਨਾਲ ਭਾਈ ਲਹਿਣਾ ਜੀ ਜਾਂਦੇ ਹੈ। ਮਹਾਰਾਜ ਜਿੱਥੇ ਰਾਵੀ ਵਿੱਚ ਗਲ ਜਿੰਨਾ ਡੂੰਘਾ ਪਾਣੀ ਹੈ, ਕੰਠ ਜਿੰਨਾ, ਉਸ ਪਾਣੀ ਵਿੱਚ ਖੜ ਜਾਂਦੇ ਹੈ। ਠੰਡ ਵੀ ਬਹੁਤ ਹੈ। ਭਾਈ ਲਹਿਣਾ ਜੀ ਨਿਤਨੇਮ ਨਾਲ ਹੀ ਸਤਿਗੁਰੂ ਜੀ ਦੇ ਨਾਲ ਨਾਲ ਜਾਂਦੇ ਹੈ ਅਤੇ ਰੋਜ਼ ਜਿਹੜੇ ਵਸਤਰ ਹੁੰਦੇ ਮਹਾਰਾਜ ਜੀ ਦੀ ਚਾਦਰ ਆਦਿਕ, ਉਹ ਆਪਣੇ ਹੱਥਾਂ ਵਿੱਚ ਫੜ ਕੇ ਕਿਨਾਰੇ 'ਤੇ ਬੈਠੇ ਰਹਿੰਦੇ ਹੈ। ਇਵੇਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਤਪ ਸਾਧਨਾ ਬਹੁਤ ਹੀ ਕਠਿਨ ਆਰੰਭੀ ਹੋਈ ਹੈ, ਜੋ ਕਿ ਭਾਈ ਲਹਿਣਾ ਜੀ ਨੇ ਪੁੱਛਿਆ ਕਿ ਮਹਾਰਾਜ ਐਸਾ ਤਪ ਕਰਨ ਦਾ ਕਾਰਨ। ਮਹਾਰਾਜ ਕਹਿੰਦੇ, ਪੁਰਖਾ ਜਿਹੜਾ ਇਹ ਤਪ ਕਰ ਰਹੇ ਹਾਂ, ਇਹ ਅਸੀਂ ਆਪਣੇ ਸਿੱਖਾਂ ਵਾਸਤੇ ਕਰ ਰਹੇ ਹਾਂ, ਵੀ ਸਾਡੇ ਆਉਣ ਵਾਲੇ ਸਿੱਖਾਂ ਨੂੰ ਕੋਈ ਬਹੁਤੀ ਤਪ ਘਾਲਣਾ ਨਾ ਕਰਨੀ ਪਵੇ। ਇਹ ਸਭ ਕੁਝ ਜਿੰਨਾ ਵੀ ਕਠਿਨਾਈ ਹੈ ਸਰੀਰ ਦੇ ਉੱਪਰ ਅਖਿਆਈ ਝੱਲ ਰਹੇ ਹਾਂ, ਇਹ ਸਾਰਾ ਹੀ ਸਿੱਖਾਂ ਵਾਸਤੇ ਹੈ। ਕਿਉਂਕਿ ਪਰਉਪਕਾਰੀ ਗੁਰੂ ਪਿਆਰੇ ਹੈ। ਮਹਾਰਾਜ ਪਰਉਪਕਾਰੀ ਹਨ, ਆਪਣੇ ਸਿੱਖਾਂ ਦਾ ਭਲਾ ਕਰਨਾ ਚਾਹੁੰਦੇ ਹੈ। ਸੱਚੇ ਪਾਤਸ਼ਾਹ ਜੀ ਦੀ ਮਿਹਨਤ ਮੁਸ਼ੱਕਤ ਇੰਨੀ ਕਿ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਧਰਮਸ਼ਾਲਾ ਤੋਂ ਇੱਕ ਵਾਰ ਜਾ ਕੇ ਨਿਰਾਲਾ ਜਿਹਾ ਥਾਂ ਵੇਖਿਆ, ਸੋਹਣਾ ਜਿਹਾ। ਉੱਥੇ ਇੱਕ ਕੁਟੀਆ ਤਿਆਰ ਕਰਵਾ ਲਈ ਹੈ ਸੇਵਕਾਂ ਪਾਸੋਂ, ਜਿਸ ਕੁਟੀਆ ਵਿੱਚ ਰੋੜੇ ਵਿਛਾ ਲਏ ਹੈ। ਰੋੜਿਆਂ ਦੀ ਸੇਜਾ ਕਰ ਲਈ ਹੈ। ਕੋਈ ਪਲੰਗ ਨਹੀਂ ਹੈ, ਕੋਈ ਤਲਾਈ ਰਜਾਈ ਨਹੀਂ ਹੈ। ਉੱਪਰੋਂ ਠੰਡ ਦੇ ਬੜੇ ਦਿਨ ਹੈ। ਉਸ ਕੁਟੀਆ ਵਿੱਚ ਜਿਹੜੀ ਰੋੜਾਂ ਦੀ ਵਿਛਾਈ ਕਰਾਈ ਗੁਰੂ ਜੀ ਨੇ, ਉਹ ਵੀ ਇੰਨੀ ਕੀ ਹੈ ਵੀ ਜਦੋਂ ਮਹਾਰਾਜ ਵਿਰਾਜਦੇ ਲੇਟਦੇ ਹੈ ਅਤੇ ਉਨੇ ਕੁ ਥਾਂ 'ਤੇ ਹੀ ਹੈ, ਉਨੇ ਕੁ ਥਾਂ 'ਤੇ ਬੈਠਣ ਨੂੰ ਹੈ। ਅਤੇ ਉਹ ਲੰਮੇ ਪੈਣ ਲੱਗਿਆ ਵੀ ਕੋਈ ਵੀ ਪਾਸੇ ਪੂਸੇ ਮਾਰਿਆ ਇੱਧਰ ਉੱਧਰ ਥੋੜ੍ਹਾ ਹੋਵੇ, ਉਹਨੇ ਨਹੀਂ ਹੈ। ਥੋੜ੍ਹਾ ਜਿਹਾ ਸਥਾਨ ਬਣਾਇਆ ਹੈ। ਉਸ ਸ੍ਰੀ ਕਰਤਾਰਪੁਰ ਸਾਹਿਬ ਅੱਜ ਵੀ ਕੁਟੀਆ ਸੁਭਾਏਮਾਨ ਹੈ। ਉਨੀ ਕੀ ਥੋੜ੍ਹੀ ਦੂਰ ਹੀ ਹੈ ਜਿੱਥੇ ਮਹਾਰਾਜ ਨੇ ਤਪ ਕੀਤਾ ਸੀ। ਰੋੜੀ ਸਾਹਿਬ ਉਸ ਸਥਾਨ ਦਾ ਨਾਮ ਹੈ। ਉਸ ਉੱਪਰ ਮਹਾਰਾਜ ਵਿਰਾਜਦੇ ਹੈ। ਅਤੇ ਜੋ ਅੱਕ ਹੈ, ਅੱਕ ਦੇ ਫੁੱਲ ਨੂੰ ਇੱਕ ਫੁੱਲ ਛਕਦੇ ਮਹਾਰਾਜ ਸਿਰਫ, ਉਸ ਫੁੱਲ ਨਾਲ ਹੀ ਪੂਰਾ ਰਾਤ ਦਿਨ ਲੰਘਾਉਂਦੇ ਹੈ। ਸਾਰਾ ਦਿਨ ਉਹ ਜਿਹੜੀ ਨਿਜਤ ਕੀਤੀ ਥਾਂ 2 ਕੋਹ ਤੱਕ, ਉਹਦੇ ਵਿੱਚ ਹੀ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ, ਜਿੰਨਾ ਚਿਰ ਰਾਵੀ ਵਿੱਚ ਇਸ਼ਨਾਨ ਕਰਨੀ ਜਾਂਦੇ, ਓਨੇ ਥਾਂ 'ਤੇ ਗੁਰੂ ਸਾਹਿਬ ਜੀ ਵਿਚਰੀ ਜਾਂਦੇ, ਖੜਿਆਂ ਰਹਿੰਦੇ, ਬੈਠਦੇ ਨਹੀਂ। ਇੱਕ ਫੁੱਲ ਦੇ ਸਹਾਰੇ ਨਾ ਕੋਈ ਜਲ ਛਕਦੇ, ਨਾ ਕੋਈ ਦੁੱਧ ਆਦਿਕ ਦੀ ਕਿਰਿਆ, ਕੁਝ ਵੀ ਮਹਾਰਾਜ ਨਹੀਂ ਛਕਦੇ। ਐਸੀ ਕਠਿਨ ਕਮਾਈ ਸਾਧ ਸੰਗਤ ਜੀ। ਫਿਰ ਹੌਲੀ ਕੁਝ ਦਿਨ ਪਾ ਕੇ ਗੁਰੂ ਮਹਾਰਾਜ ਜੀ ਨੇ ਉਹ ਅੱਕ ਦਾ ਫੁੱਲ ਵੀ ਛੱਡ ਦਿੱਤਾ ਹੈ, ਅੱਕ ਦਾ ਲੌਂਗ ਜਿਹਾ ਵੀ। ਬਸ ਹੁਣ ਇੱਕ ਰੇਤ ਦਾ ਕਿਣਕਾ ਮਾਸਾ ਕੁ ਜਿੰਨਾ, ਉਹੀ ਉਹ ਮੁੱਖ 'ਚ ਪਾਉਂਦੇ। ਨਾ ਕੋਈ ਪਾਣੀ, ਨਾ ਕੋਈ ਧਾਣੀ। ਔਰ ਰੇਤ ਦਾ ਕਿਣਕਾ ਕਿਤੇ ਕਿੰਨਾ ਕੁ ਹੁੰਦਾ, ਉਸੇ ਨਾਲ ਹੀ ਸਤਿਗੁਰੂ ਜੀ ਰੋਜ਼ ਉਹ ਛਕਦੇ ਹੈ। ਇਹ ਤਪ ਕਰਨ ਦੀ ਸਾਧਨਾ ਮਹਾਰਾਜ ਦੀ। ਇਹ ਕੋਈ ਹੱਠ ਨਹੀਂ ਹੈ ਕਿ ਮਨ ਹੱਠ ਹੈ। ਇਹ ਤਾਂ ਸਾਡੇ ਭਲੇ ਵਾਸਤੇ ਇੰਨਾ ਕੁਝ ਕੀਤਾ। ਭਾਈ ਗੁਰਦਾਸ ਜੀ ਲਿਖਦੇ ਹੈ, ਪਹਿਲਾ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਇੰਨਾ ਤਪ ਮਹਾਰਾਜ ਜੀ ਨੇ ਕੀਤਾ ਹੈ। ਅੱਜ ਉਹਨਾਂ ਸਤਿਗੁਰਾਂ ਦੀ ਬਦੌਲਤ ਹੀ ਸਾਧ ਸੰਗਤ ਜੀ, ਜਿਹੜੇ ਗੁਰੂ ਕੇ ਸਿੱਖ ਦੇਸ਼ਾਂ ਵਿਦੇਸ਼ਾਂ ਵਿੱਚ ਸਰਦਾਰ ਜੀ ਕਰਕੇ ਕਹਾਉਂਦੇ ਹੈ, ਇਹ ਗੁਰੂ ਕੀ ਦੇਣ ਹੈ। ਨਹੀਂ ਤਾਂ ਬਹੁਤ ਲੋਕ ਅਮੀਰ ਹੈ, ਪੈਸੇ ਵਾਲੇ,
ਪਰ ਸਰਦਾਰ ਜੀ ਇੱਕ ਗੁਰੂ ਕੇ ਸਿੱਖ ਨੂੰ ਕਿਹਾ ਜਾਂਦਾ ਹੈ ਵੀ ਸਰਦਾਰ ਜੀ ਹੈ। ਇਹ ਗੁਰੂ ਦੀ ਸਭ ਕਲਾ ਹੈ। ਅਤੇ ਮਹਾਰਾਜ ਜੀ ਦੇ ਮਹਿਮਾ ਸੁਣ ਕੇ ਬੜੀ ਸੰਗਤ ਉੱਥੇ ਆ ਰਹੀ ਹੈ ਮੱਥਾ ਟੇਕਣ। ਜਦੋਂ ਮੱਥਾ ਟੇਕਦੇ ਤੇ ਮਹਾਰਾਜ ਇਹ ਕਹਿੰਦੇ, ਬਸ ਕਰ ਪੁਰਖਾ ਬਸ ਕਰ, ਬਹੁਤੇ ਨਾ ਹੁਣ ਮੱਥੇ ਟੇਕੀ ਜਾ, ਪਰਮੇਸ਼ਰ ਤੇਰਾ ਭਲਾ ਹੀ ਕਰੇਗਾ, ਤੇਰਾ ਭਲਾ ਹੋ ਜਾਊਗਾ। ਵਾਹਿਗੁਰੂ ਵਾਹਿਗੁਰੂ ਨਾਮ ਨੂੰ ਸਿਮਰੋ, ਜਿਹੜਾ ਸਭ ਪਾਪਾਂ ਨੂੰ ਖੋ ਦੇਵੇਗਾ। ਇਵੇਂ ਗੁਰੂ ਮਹਾਰਾਜ ਮੱਥਾ ਟੇਕਣ ਤੋਂ ਵੀ ਵਰਜ ਦਿੱਤਾ ਹੈ, ਮੱਥਾ ਵੀ ਨਹੀਂ ਟੇਕਣ ਦਿੰਦੇ ਸੱਚੇ ਪਾਤਸ਼ਾਹ ਜੀ। ਐਸੀ ਗੁਰੂ ਜੀ ਦੀ ਤਪੱਸਿਆ। ਅਤੇ ਸਰੀਰ ਦੇ ਉੱਪਰ ਠੰਡ ਦਾ ਉੱਤੇ ਮੌਸਮ ਹੈ, ਕੋਈ ਕੱਪੜਾ ਨਹੀਂ ਪਹਿਨ ਰਹੇ। ਇੱਕ ਜਿਹੜੀ ਲੰਗੋਟੀ ਜੀ ਹੈ ਲਾਲ ਰੰਗ ਦੀ, ਬਸ ਉਹੀ ਮਹਾਰਾਜ ਨੇ ਧਾਰਨ ਕੀਤੀ, ਬਸ ਪਰਦਾ ਹੀ ਕੱਢਣ ਵਾਸਤੇ। ਐਸਾ ਕਠਿਨ ਸਖਤ ਤਪ ਗੁਰੂ ਜੀ ਨੇ ਸਾਧਿਆ ਹੈ। ਸੱਚੇ ਪਾਤਸ਼ਾਹ ਜੀ ਦੀ ਐਸੀ ਘਾਲ ਕਮਾਈ ਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤਾ ਸੀ। ਅੱਗੇ ਜਿਵੇਂ ਗੁਰੂ ਜੀ ਨੇ ਹੋਰ ਕਸਵੱਟੀ ਲਾਈ ਹੈ ਵੀ ਖੇਤੀ ਕਰਤਾਰਪੁਰ ਸਾਹਿਬ ਕਰਵਾਈ, ਸਿੱਖ ਸੇਵਾ ਕਰ ਰਹੇ ਹੈ। ਮਹਾਰਾਜ ਜੀ ਨੇ ਐਸੀ ਪਰਖ ਜੀ ਪ੍ਰੀਖਿਆ ਜੀ ਕੀਤੀ ਵੀ ਵੇਖੀਏ ਵੀ ਸਿੱਖ ਸਿੱਖੀ ਵਿੱਚ ਪੂਰੇ ਵੀ ਹੈਗੇ ਕਿ ਜਾਂ ਇਹਨਾਂ ਸਵਾਂਗੀ ਧਾਰਨ ਕੀਤਾ ਵੀ ਸਿੱਖੀ ਬਣੇ ਹੋਏ ਖਾਣ ਪੀਣ ਦੇ, ਵੀ ਇਹ ਜਿਹੜੇ ਸਿੱਖ ਬਣ ਗਏ ਆ ਇਹ ਕਿਤੇ ਖੇਤੀ 'ਚ ਤਾਂ ਨਹੀਂ ਫਸ ਗਏ ਵੀ ਖੇਤੀ 'ਚ ਫਸ ਗਏ ਆ ਵੀ ਛਕ ਲੈਣਾ ਹੈ, ਖੇਤੀ ਤਿਆਰ ਕਰ ਲੈਣੀ ਅਤੇ ਛਕ ਲੈਣਾ ਹੈ। ਇਹ ਸਿੱਖੀ ਪਰਖਣ ਵਾਸਤੇ ਮਹਾਰਾਜ ਜੀ ਨੇ ਪ੍ਰੀਖਿਆ ਦਾ ਪਰਚਾ ਹੋਰ ਨਵਾਂ ਪਾਇਆ ਹੈ, ਜਿਹਦੇ ਵਿੱਚ ਭਾਈ ਸਧਾਰਨ ਜੀ, ਭਾਈ ਭਗੀਰਥ, ਭਾਈ ਬਾਬਾ ਬੁੱਢਾ ਸਾਹਿਬ ਜੀ, ਭਾਈ ਲਹਿਣਾ ਜੀ, ਹੋਰ ਗੁਰੂ ਕੇ ਸਿੱਖ ਹਨ ਸਿਦਕੀ ਜਿਹੜੇ ਆ ਉਹਨਾਂ ਸੇਵਾ ਸ਼ੁਰੂ ਕਰ ਦਿੱਤੀ। ਗੁਰੂ ਨੇ ਪ੍ਰੀਖਿਆ ਆਰੰਭਣੀ ਸ਼ੁਰੂ ਕਰ ਦਿੱਤੀ। ਜਿਵੇਂ ਫਿਰ ਹੌਲੀ ਹੌਲੀ ਖਿਸਕਣੇ ਸ਼ੁਰੂ ਹੋਏ ਹੈ, ਉਹ ਪ੍ਰਸੰਗ ਅੱਜ ਵਿਸਥਾਰ ਨਾਲ ਹੀ ਆ ਰਿਹਾ ਹੈ। ਗੁਰੂ ਚਰਨਾਂ ਵਿੱਚ ਧਿਆਨ ਧਰਦੇ ਹੋਏ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਿਰਦਾ ਕੇਦਾਰ ਸੁਧਾਰਨਾ। ਭਾਈ ਸੰਤੋਖ ਸਿੰਘ ਜੀ ਘਾਲ ਕਮਾਈ ਮਸੱਕਤ ਦਾ ਅਤੇ ਗੁਰੂ ਦੀ ਮਿਹਰ ਦਾ ਮੰਗਲ ਕਰ ਰਹੇ ਹੈ। ਅਤੇ ਗੁਰੂ ਕੇ ਸੇਵਾ ਕਰਕੇ ਘਾਲ ਕਮਾਈ ਜਿਨ੍ਹਾਂ ਨੇ ਕੀਤੀ ਹੈ ਅਤੇ ਗੁਰੂ ਵੱਲੋਂ ਉਹ ਭਾਗ ਗਈ ਹੈ ਅਤੇ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਹੈ ਅਤੇ ਫਿਰ ਬੜੇ ਚਾਰ ਚੰਨ ਲੱਗ ਜਾਂਦੇ ਕੀਤੀ ਹੋਈ ਸੇਵਾ ਨੂੰ। ਇਹ ਮੰਗਲ ਕਵੀ ਸਾਹਿਬ ਜੀ ਜੋ ਪਿੱਛੇ ਪ੍ਰਸੰਗ ਵਿੱਚ ਕੀਤਾ ਉਹਦੇ ਪ੍ਰਕਰਨ ਨਾਲ ਜੋੜਦੇ ਹੋਏ ਇਹ ਮੰਗਲ ਕਰ ਰਹੇ ਹੈ ਵੀ ਹਿਰਦਾ ਕੇਦਾਰ ਸੁਧਾਰਨੋ। ਪ੍ਰਸੰਗ ਵਿੱਚ ਵੀ ਅੱਜ ਖੇਤੀ ਦਾ ਪ੍ਰਸੰਗ ਬਹੁਤਾ ਹੋਣਾ। ਕਵੀ ਸਾਹਿਬ ਜੀ ਨੇ ਉਸ ਦੇ ਅਨੁਭਵ ਨਾਲ ਹੀ ਇਹ ਮੰਗਲ ਜਿਹੜਾ ਸੁਭਾਇਮਾਨ ਕੀਤਾ ਆਪਣੇ ਗੁਰੂ ਮਹਾਰਾਜ ਦੀ ਮਿਹਰ ਨਾਲ ਅਤੇ ਬੁੱਧੀ ਨਾਲ। ਇਵੇਂ ਹਿਰਦਾ ਕੀ ਹੈ ਸਾਧ ਸੰਗਤ ਜੀ, ਖੇਤ ਕਹਿੰਦੇ ਹੈ ਕਿ ਇਹ ਮਨਾ ਜਿਹੜਾ ਹਿਰਦਾ ਰੂਪੀ ਖੇਤ ਹੈ ਇਹਨੂੰ ਸੁਧਾਰਨਾ ਕਰ, ਇਹਦੀ ਪਾਲਣਾ ਕਰ, ਇਹਨੂੰ ਤੂੰ ਚੰਗੀ ਤਰ੍ਹਾਂ ਬਣਾ ਸਵਾਰਨਾ ਕਰ, ਇਹਨੂੰ ਪੱਧਰਿਆਂ ਕਰ। ਉਹ ਕੀ ਪੱਧਰਾ ਕਰਨਾ ਹੈ? ਹਿਰਦੇ ਰੂਪੀ ਖੇਤ ਨੂੰ ਕੀ ਸੁਧਾਰਨਾ ਹੈ? ਤਜਨਾ ਸਰਬ ਵਿਕਾਰ, ਜਿਹੜੇ ਸਾਰੇ ਹਿਰਦੇ ਵਿੱਚ ਮੰਦ ਵਿਕਾਰ ਹੈ ਨਾ, ਉਹ ਵਿਕਾਰਾਂ ਦਾ ਜਿਹੜਾ ਤਿਆਗ ਕਰਨਾ ਹੈ। ਮਾਨੋ ਇਹੀਓ ਹੀ ਹਿਰਦੇ ਰੂਪੀ ਖੇਤ ਨੂੰ ਸੁਧਾਰਨਾ, ਬਣਾਉਣਾ, ਸਵਾਰਨਾ ਹੈ। ਸਤਿਗੁਰ ਕਰਨਾ ਜਲ ਪਰ, ਜੇ ਵੀ ਤੂੰ ਇਹ ਹਿਰਦੇ ਰੂਪੀ ਖੇਤ ਨੂੰ ਸੁਧਾਰ ਲਵੇਂ, ਮੰਦੇ ਵਿਕਾਰਾਂ ਦਾ ਤਿਆਗ ਕਰਕੇ ਛੱਡ ਕੇ ਇਸ ਤੇਰੇ ਬਣੇ ਸਵਾਰੇ ਹਿਰਦੇ ਰੂਪੀ ਖੇਤ ਉੱਪਰ ਫਿਰ ਸਤਿਗੁਰੂ ਜੋ ਹੈ,
ਸਤਿਗੁਰ ਕਰਨਾ ਜਲ ਭਰੈ। ਗੁਰੂ ਮਹਾਰਾਜ ਦੀ ਜਿਹੜੀ ਕਿਰਪਾ ਮਿਹਰ ਤਰਸ ਹੈ, ਉਹ ਮਿਹਰ ਤਰਸ ਰੂਪੀ ਜਲ ਪੈ ਜਾਏ ਭਗਤ ਕ੍ਰਿਖੀ ਹੋਵੈ ਸਾਰ। ਤੇ ਫਿਰ ਭਗਤੀ ਰੂਪੀ ਜਿਹੜੀ ਖੇਤੀ ਹੈ, ਬੜੀ ਸ੍ਰੇਸ਼ਟ ਰੂਪ ਵਿੱਚ ਸ਼ੁਭ ਗੁਣਾਂ ਵਾਲੀ, ਸ਼ੁਭ ਗੁਣ ਵਾਲੀ ਫਲੀਭੂਤ ਹੋ ਜਾਵੇਗੀ। ਜਿਹੜੇ ਸ਼ੁਭ ਗੁਣ ਉਹ ਰਿਦੇ ਰੂਪ ਖੇਤ ਦੇ ਵਿੱਚ ਪ੍ਰਗਟ ਹੋ ਜਾਣਗੇ। ਜਿਵੇਂ ਇੱਕ ਖੇਤ ਵਿੱਚ ਖੇਤ ਹੁੰਦਾ ਹੈ, ਉਹਨੂੰ ਬਣਾਇਆ ਸਵਾਰਿਆ ਜਾਏ, ਉਹਦੇ ਵਿੱਚ ਚੰਗਾ ਗੋਡੀ ਕੀਤੀ ਜਾਏ, ਚੰਗਾ ਬੀਜ ਬੀਜਿਆ ਜਾਏ ਅਤੇ ਖੇਤੀ ਬੜੀ ਸੋਹਣੀ ਹੁੰਦੀ ਹੈ। ਜੇ ਢੰਗ ਨਾਲ ਪਾਣੀ ਲਾਇਆ ਜਾਏ ਸਮੇਂ ਸਮੇਂ ਸਿਰ 'ਤੇ, ਫਿਰ ਉਹ ਬੀਜਿਆ ਹੋਇਆ ਬੀਜ ਸੋਹਣਾ ਉਹਦਾ ਅੰਕੁਰ ਨਿਕਲਦਾ, ਅਨਾਜ ਚੰਗਾ ਨਿਕਲਦਾ ਹੈ। ਇਸੇ ਤਰ੍ਹਾਂ ਹੀ ਉਸ ਖੇਤੀ ਦਾ ਅਲੰਕਾਰ ਬਣ ਕੇ ਕਵੀ ਜੀ ਕਹਿ ਰਹੇ ਹੈ ਵੀ ਰਿਦਾ ਰੂਪ ਜੋ ਖੇਤ ਹੈ, ਇਹਨੂੰ ਸੁਧਾਰਨਾ ਕਰ ਮਨਾ। ਉਹ ਕੀ ਸੁਧਾਰਨਾ? ਵੀ ਸਾਰੇ ਵਿਕਾਰਾਂ ਦਾ ਤਿਆਗ ਕਰਨਾ ਹੈ। ਜੇ ਤੂੰ ਇਹ ਖੇਤ ਨੂੰ ਸੁਧਾਰ ਲਵੇਂ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਰੂਪੀ ਇਹਦੇ ਵਿੱਚ ਜਲ ਪੈ ਜਾਏ ਤਾਂ ਜਿਹੜੀ ਭਗਤੀ ਰੂਪ ਖੇਤੀ ਹੈ ਉਹ ਬੜੀ ਸ੍ਰੇਸ਼ਟ ਸ਼ੁਭ ਗੁਣਾਂ ਨਾਲ ਫਲੀਭੂਤ ਹੋ ਜਾਵੇਗੀ। ਸ਼ੁਭ ਗੁਣਾਂ ਨਾਲ ਤੇਰਾ ਹਿਰਦਾ ਰੂਪ ਖੇਤ ਭਰ ਜਾਏਗਾ। ਚੌਪਈ ਆਸ ਸ੍ਰੀ ਪ੍ਰਭ ਨੈ ਤਪ ਬਹੁ ਠਾਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਪ੍ਰਭੂ ਜੀ ਨੇ ਬਹੁਤ ਜਿਹੜਾ ਸਖਤ ਤੋਂ ਸਖਤ ਕਰੜਾਈ ਤਪਟ ਕਰਨਾ ਕੀਤਾ ਕਰਤਾਰਪੁਰ ਸਾਹਿਬ। ਜਹਾਂ ਤਹਾਂ ਪਸਰਿਓ ਸਜਸ ਮਹਾਨਾ। ਜਿਸ ਕਰਕੇ ਐਸੇ ਤਪ ਘਾਲ ਕਮਾਈ ਨੂੰ ਵੇਖ ਕੇ ਜਿੱਥੇ ਕਿੱਥੇ ਵੀ ਮਹਾਰਾਜ ਸ੍ਰੇਸ਼ਟ ਜਸ ਬਹੁਤ ਹੀ ਫੈਲ ਗਿਆ। ਪਹਿਲਾਂ ਵੀ ਫੈਲਿਆ ਹੀ ਹੋਇਆ ਸੀ। ਦੇਸ਼ ਵਿਦੇਸ਼ਨ ਘਰ ਘਰ ਮਾਹੀ। ਦੇਸ਼ਾਂ ਵਿੱਚ, ਬਾਹਰਲੇ ਦੇਸ਼ਾਂ ਵਿੱਚ, ਭਾਵ ਦੇਸ਼ਾਂ ਵਿੱਚ ਅਥਵਾ ਘਰ ਘਰ ਵਿੱਚ ਵੀ ਸ੍ਰੀ ਨਾਨਕ ਬਰਾਹੀ। ਸਭ ਕੋਈ ਇਹੀ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਹਨ, ਧੰਨ ਹਨ ਗੁਰੂ ਨਾਨਕ ਸਾਹਿਬ ਜੀ, ਇਹੀ ਕਹਿ ਰਹੇ ਹੈ। ਮਿਲਹਿ ਪਰਸ ਪਰ ਮਾਨਵ ਬ੍ਰਿੰਦਾ। ਬਹੁਤ ਮਨੁੱਖ ਮਾਈ ਭਾਈ ਆਪੋ ਵਿੱਚ ਹੀ ਮਿਲ ਜੁਲ ਕੇ ਇਕੱਠਿਆਂ ਹੋ ਕੇ ਆਵਹਿ ਦਰਸ਼ਨ ਹੇਤ ਮੁਕੰਦਾ। ਜੋ ਮੁਕਤੀ ਦਾਤਾ ਸਤਿਗੁਰੂ ਜੀ ਉਹਨਾਂ ਦੇ ਦਰਸ਼ਨਾਂ ਵਾਸਤੇ ਆਉਂਦੇ ਹੈ ਕਰਤਾਰਪੁਰ ਸਾਹਿਬ। ਕੇਤਕ ਦਰਸ ਕਰਹਿ ਘਰ ਜਾਹੀ। ਕੁਝ ਕੁ ਜਿਹੜੀ ਹੈ ਸੰਗਤ ਦਰਸ਼ਨ ਕਰ ਕਰਕੇ ਤੇ ਆਪਣੇ ਘਰਾਂ ਨੂੰ ਚਲੀ ਜਾਂਦੀ ਹੈ। ਕੇਤਕ ਰਹਿ ਪ੍ਰਭੂ ਕੇ ਬਰਾਹੀ। ਕੁਝ ਕੁ ਜਿਹੜੇ ਹੈ ਜਿਨ੍ਹਾਂ ਨੂੰ ਕੋਈ ਘਰ ਦਾ ਬਹੁਤਾ ਮੋਹ ਨਹੀਂ ਹੈ, ਬਹੁਤਾ ਘਰ ਦੇ ਪ੍ਰੇਮੀ ਨਹੀਂ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਹੀ ਰਹਿ ਪੈਂਦੇ ਇੱਥੇ ਕਰਤਾਰਪੁਰ ਸਾਹਿਬ। ਪੀਰ ਭੂਰ ਕੀ ਪੀਰ ਭੂਰ ਭੀ ਪੁਰ ਕਰਤਾਰਾ। ਐਵੇਂ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਤੇ ਸੰਗਤ ਦੀ ਬਹੁਤ ਹੀ ਭੀੜ ਹੀ ਲੱਗੀ ਰਹਿੰਦੀ ਹੈ। ਖਾਏ ਸਮੇਂ ਦੋਇ ਰਚਰ ਆਹਾਰਾ। ਦੋਨੋਂ ਸਮੇਂ ਸੋਹਣਾ ਗੁਰੂ ਕਾ ਲੰਗਰ ਖੁੱਲ੍ਹਾ ਡੁੱਲਾ ਹੀ ਤਿਆਰ ਹੁੰਦਾ ਹੈ। ਉਹ ਸੋਹਣਾ ਭੋਜਨ ਦੋਵੇਂ ਸਮੇਂ ਗੁਰੂ ਕੀ ਸੰਗਤ ਛਕਦੀ ਹੈ। ਹੋਏ ਅੰਨ ਕੀ ਤੋਟ ਨਾ ਕੋਈ। ਜੋ ਅੰਨ ਕਮਰਿਆਂ ਦਰ ਰੱਖਿਆ ਹੋਇਆ ਹੈ, ਅਨਾਜ ਕਣਕ ਦਾਲ ਆਦਿਕ ਨਮਕ, ਉਸ ਦਾ ਵੀ ਕੋਈ ਟੋਟਾ ਨਹੀਂ ਹੁੰਦਾ, ਕੋਈ ਟੋਟਾ ਨਹੀਂ ਹੈ। ਰਹਾ ਜੋ ਦੇਗ ਅਚਾ ਸਭ ਕੋਈ। ਜੋ ਵੀ ਇੱਥੇ ਕਰਤਾਰਪੁਰ ਸਾਹਿਬ ਵਿੱਚ ਆ ਕੇ ਰਹਿੰਦਾ ਹੈ, ਸਭ ਕੋਈ ਮਾਈ ਭਾਈ ਗੁਰੂ ਕੇ ਲੰਗਰਾਂ ਵਿੱਚੋਂ ਹੀ ਭੋਜਨ ਛਕਦੇ ਆ ਖੁੱਲ੍ਹਾ ਡੁੱਲਾ। ਦੋਹਰਾ ਦੇਸ ਵਿਦੇਸ਼ਨ ਤੇ ਤਹਾਂ। ਜਿਵੇਂ ਦੇਸ਼ਾਂ ਤੋਂ, ਬਾਹਰਲੇ ਵਿਦੇਸ਼ਾਂ ਤੋਂ ਉੱਥੇ ਬਹੁ ਸੰਗਤ ਭੀ ਆਏ। ਬਹੁਤ ਹੀ ਗੁਰੂ ਮਹਾਰਾਜ ਜੀ ਨੂੰ ਮੰਨਣ ਪੂਜਣ ਵਾਲੀ ਸੰਗਤ ਵੱਧ ਚੜ ਕੇ ਆ ਰਹੀ ਹੈ। ਅਪਰਮਾਨ ਗਿਣਤੀ ਨਾ ਕੋ। ਕਹਿੰਦੇ ਆ ਵੀ ਕਵੀ ਸਾਹਿਬ ਜੀ ਇੰਨੀ ਸੰਗਤ ਆ ਰਹੀ ਹੈ ਅਪਰਮਾਨ, ਜਿਸ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਬੇਅੰਦਾਜ਼ਾ ਹੀ
ਬੇਅੰਤ ਬੇਅੰਤੀ ਗਿਣਤੀ ਤੋਂ ਰਹਿਤ ਸੰਗਤ ਆ ਰਹੀ ਹੈ। ਦਰਸ਼ਨ ਕਰ ਹਰ ਖਾਏ। ਮਹਾਰਾਜ ਜੀ ਦਾ ਦਰਸ਼ਨ ਕਰ ਕਰਕੇ ਪ੍ਰਸੰਨ ਹੋ ਰਹੇ ਹੈ, ਖੁਸ਼ ਹੋ ਰਹੇ ਹੈ। ਚੌਪਈ ਇਸ ਬਿਦ ਕੇਤਕ ਬਰਖ ਬਿਤਾਏ। ਇਸ ਤਰ੍ਹਾਂ ਜਿਹੜੇ ਹੈ ਕਈ ਜਿਹੜੇ ਸਾਲ ਮਾਰਨ ਲੰਘਾ ਦਿੱਤੇ ਹੈ। ਭਾਵ ਆਪ ਦਰਸ਼ਨ ਦਿੰਦੇ ਹੈ। ਲੰਗਰ ਵੀ ਕਰਤਾਰਪੁਰ ਸਾਹਿਬ ਜਦੋਂ ਤੋਂ ਮਹਾਰਾਜ ਆਏ ਹੈ ਖੁੱਲ੍ਹਾ ਡੁੱਲਾ ਲੰਗਰ ਚੱਲੀ ਜਾਂਦਾ ਹੈ। ਸੰਗਤਾਂ ਦਰਸ਼ਨ ਕਰੀ ਜਾਂਦੀਆਂ, ਮਹਾਰਾਜ ਮਨੋਕਾਮਨਾਵਾਂ ਭਾਵਨਾ ਪੂਰਨ ਕਰੀ ਜਾਂਦੇ ਹੈ ਅਤੇ ਤਪ ਨਾਲ ਕਰੀ ਜਾਂਦੇ ਹੈ। ਇਸ ਤਰ੍ਹਾਂ ਕੁਝ ਕੁ ਸਾਲ ਬਿਤਾਏ ਲੰਘਾਏ ਹੈ। ਨਾਮ ਦਾਨ ਇਸਨਾਨ ਦ੍ਰਿੜਾਏ। ਜੋ ਵੀ ਆਉਂਦਾ ਉਹਨੂੰ ਇਹੀ ਪੱਕਿਆ ਕੀਤਾ ਵੀ ਭਾਈ ਅੱਜ ਤੋਂ ਇੱਥੇ ਆ ਗਿਆ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਇਹ ਪੱਕਿਆਂ ਕਰ ਲਾ। ਇਸ਼ਨਾਨ ਕਰਕੇ ਸਵਾ ਪਹਿਰ ਜਾਂ ਪਹਿਰ ਰਾਤ ਰਹਿੰਦਿਆਂ ਫਿਰ ਇਸ਼ਨਾਨ ਕਰਕੇ ਨਾਮ ਜਪਣਾ, ਇਹ ਨਾਮ ਪੱਕਾ ਕਰ ਲੈ ਵੀ ਜਪਣਾ ਹੀ ਜਪਣਾ ਹੈ। ਫਿਰ ਦਿਨ ਚੜ੍ਹੇ ਆਪਣੀ ਕਿਰਤ ਕਮਾਈ ਕਰਨੀ, ਧਰਮ ਦੀ ਕਿਰਤ ਕਰਕੇ ਦਾਨ ਪੁੰਨ ਕਰਨਾ, ਸਾਧੂ ਸੰਤਾਂ ਵਿੱਚ ਵੰਡ ਕੇ ਛਕਣਾ ਛਕਾਉਣਾ, ਫਿਰ ਆਪ ਛਕਣਾ, ਇਹ ਪੱਕਿਆਂ ਕਰ ਲਾ। ਇਵੇਂ ਨਾਮ ਦਾਨ ਇਸ਼ਨਾਨ ਪੱਕਾ ਕਰਾ ਰਹੇ ਸਭ ਨੂੰ। ਜਹਾਂ ਤਹਾਂ ਕੀਰਤਨ ਕੀ ਧੁਨ ਹੋਤੀ। ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਕਿੱਥੇ ਸੰਗਤਾਂ ਆਈਆਂ, ਤੰਬੂ ਲੱਗੇ ਹੋਏ ਹੈ, ਵਾਹਿਗੁਰੂ ਦੀ ਸਿਫਤ ਸਲਾਹ ਤੇ ਕੀਰਤਨ ਦੀ ਧੁਨੀ ਹੋ ਰਹੀ ਹੈ। ਸਮਤ ਭਗਤ ਮੈਂ ਅਧਿਕ ਉਦੋਤੀ। ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ, ਪਰਾ ਭਗਤੀ ਉਹਦੇ ਵਿੱਚ ਹੀ ਜਿਹੜੀ ਗੁਰੂ ਕੇ ਸਿੱਖਾਂ ਦੀ ਆਈ ਹੋਈ ਸੰਗਤ ਦੀ ਸ੍ਰੇਸ਼ਟ ਮੱਤ ਬਹੁਤ ਹੀ ਉਦੇ ਹੋ ਰਹੀ ਹੈ, ਪ੍ਰਕਾਸ਼ਮਾਨ ਹੋ ਰਹੀ ਹੈ। ਜੈ ਜੈਕਾਰ ਕਰਹਿ ਚਹੁ ਫੇਰੇ। ਚਾਰ ਚੁਫੇਰੇ ਉੱਤਰ ਪੂਰਬ ਪੱਛਮ ਦੱਖਣ ਸੰਗਤਾਂ ਇਹੀ ਕਹਿ ਰਹੀਆਂ, ਧੰਨ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੀ ਜੈ ਹੋਵੇ, ਧੰਨ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੀ ਜੈ ਹੋਵੇ। ਜੈ ਜੈਕਾਰਾਂ ਕਰ ਰਹੇ ਹੈ। ਹੋਏ ਸ਼ਬਦ ਅਭਿਆਸ ਕਨੇਰੇ। ਗੁਰੂ ਕੇ ਜਿਹੜੇ ਸ਼ਬਦ ਹੈ, ਗੁਰੂ ਦਾ ਦਿੱਤਾ ਵਾਹਿਗੁਰੂ ਮੰਤਰ ਹੈ, ਗੁਰਬਾਣੀ ਦੇ ਸ਼ਬਦਾਂ ਦਾ ਅਭਿਆਸ ਬਹੁਤ ਜ਼ਿਆਦਾ ਹੀ ਹੋ ਰਿਹਾ ਹੈ। ਬ੍ਰਹਮ ਵਿਚਾਰਾਂ ਹੀ ਹੋ ਰਹੀਆਂ ਸਭ ਪਾਸੇ। ਪੁਨ ਸਿੱਖੀ ਪਰਖਨ ਮਨ ਠਾਨੀ। ਗੁਰੂ ਮਹਾਰਾਜ ਇੱਕ ਦਿਨ ਮੌਜ ਵਿੱਚ ਹੀ ਆਏ ਹੈ ਅਤੇ ਸਿੱਖੀ ਜਿਹੜੀ ਸਿੱਖਾਂ ਜਿਹਨਾਂ ਸਾਡੀ ਸਿੱਖੀ ਧਾਰਨ ਕੀਤੀ ਹੈ ਵੀ ਇਹ ਸਿੱਖ ਨਾਮ ਦੇ ਬਣੇ ਹੋਏ ਕਿ ਜਾਂ ਸੱਚਮੁੱਚ ਸਿੱਖੀ ਧਾਰਨ ਕੀਤੀ ਹੋਈ ਹੈ ਕਿ ਜਾਂ ਵੀ ਬਾਹਰ ਭੇਖ ਦਿਖਾਏ ਜਗਤ ਕੋ, ਵੀ ਲੋਕਾਂ ਨੂੰ ਭੇਖ ਹੀ ਦਿਖਾ ਰਹੇ ਆ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ, ਸਿੱਖੀ ਧਾਰਨ ਕੀਤੀ ਹੋਈ ਹੈ। ਇਹ ਸਿੱਖੀ ਪਰਖਣ ਵਾਸਤੇ ਕਿ ਕਿੱਥੇ ਕੋਈ ਕਿਹਦੀ ਕਿੱਥੇ ਅਵਸਥਾ ਗਈ ਹੈ, ਕਿਹਨੂੰ ਸਾਡੇ ਨਾਲ ਕਿੰਨਾ ਪ੍ਰੇਮ ਹੈ, ਕਿਹੜਾ ਸਾਡਾ ਸਿੱਖ ਸਾਡੇ ਹੁਕਮ ਵਿੱਚ ਕਿੰਨੇ ਦਿਨ ਇੱਥੇ ਰਹਿ ਸਕਦਾ ਹੈ, ਸਾਡਾ ਹੁਕਮ ਕਿੱਥੋਂ ਤੱਕ ਚੱਲ ਸਕਦਾ ਹੈ। ਇਹ ਸਿੱਖੀ ਪਰਖਣ ਵਾਸਤੇ ਮਨ ਵਿੱਚ ਧਾਰੀ ਹੈ ਮਹਾਰਾਜ ਜੀ ਨੇ। ਸੁਨਹਾ ਕਥਾ ਜੋ ਕੀ ਗੁਣ ਖਾਨੀ। ਸਰੋਤਾ ਜਨੋ ਗੁਰੂ ਕੀ ਸੰਗਤ ਜੀ, ਆਪ ਜੀ ਸੁਣੋ ਧਿਆਨ ਨਾਲ ਗੁਰੂ ਸਾਹਿਬ ਜੀ ਦੀ ਕਥਾ। ਜਿਵੇਂ ਗੁਣਾਂ ਦੀ ਖਾਣ ਮਹਾਰਾਜ ਜੀ ਨੇ ਉਸ ਵੇਲੇ ਕੌਤਕ ਕੀਤਾ ਸਿੱਖੀ ਪਰਖਣ ਦਾ। ਬਰਜ ਦੀਨ ਕਾ ਕਰ ਨਰ ਸੋਈ। ਮਹਾਰਾਜ ਜੀ ਨੇ ਲਾਂਗਰੀ ਸਿੱਖ ਨੂੰ ਬੁਲਾ ਕੇ ਤੇ ਕਹਿ ਦਿੱਤਾ ਹੈ, ਇਹ ਰੋਗ ਦਿੱਤਾ, ਇਹ ਕਹਿ ਦਿੱਤਾ ਵੀ ਭਾਈ ਹੁਣ ਜਿਹੜਾ ਲੰਗਰ ਹੈ ਨਾ ਤੂੰ ਤਿਆਰ ਕਰਦਾ ਸਵੇਰੇ ਸ਼ਾਮ, ਉਹ ਨਹੀਂ ਤਿਆਰ ਕਰਨਾ ਹੈ। ਏਕ ਸਮੇਂ ਨਿਸ ਦਿਨ ਮਹਿ ਹੋਈ। ਇੱਕ ਦਿਨ ਵਿੱਚ, ਰਾਤ ਦਿਨ ਵਿੱਚ ਬਸ ਇੱਕੋ ਹੀ ਸਮੇਂ ਲੰਗਰ ਤਿਆਰ ਹੋਵੇਗਾ। ਹੁਣ ਭਾਵ 8 ਪਹਿਰ ਹੀ ਲੰਗਰ ਮਿਲਿਆ ਕਰੇਗਾ ਸੰਗਤ ਨੂੰ। ਸਭ ਸਿੱਖਨ ਸੋ ਬਚਨ ਉਚਾਰਾ। ਸਾਰੇ ਸਿੱਖਾਂ ਨਾਲ ਵੀ ਇਹੀ ਬਚਨ ਕਹਿ ਦਿੱਤਾ ਭਾਈ ਹੁਣ ਗੁਰੂ ਕੇ ਲੰਗਰਾਂ ਵਿੱਚ ਹਰ ਵੇਲੇ ਲੰਗਰ ਨਹੀਂ ਪ੍ਰਾਪਤ ਹੋਣਾ ਹੈ, ਇੱਕੋ ਸਮੇਂ 8 ਪਹਿਰੀ ਲੰਗਰ ਮਿਲਿਆ ਕਰੇਗਾ। ਭਾਵ ਅੱਜ ਮਿਲਿਆ ਹੁਣ ਕੱਲ੍ਹ ਮਿਲਿਆ ਕਰੇਗਾ। ਅਬ ਲਾਂਗਲ ਬਾਹੋ ਸੁਖਕਾਰਾ। ਨਾਲ ਹੀ ਮਹਾਰਾਜ ਨੇ ਕਹਿਤਾ ਵੀ ਸਿੱਖੋ ਹੁਣ ਤੁਸੀਂ ਨਾ ਜੋ ਸੁੱਖ ਕਰਨ ਵਾਲਾ ਹਲ ਹੈ, ਖੇਤੀ ਵਾਲਾ, ਉਹ ਹਲ ਲੈ ਕੇ ਤੇ ਖੇਤੀ
ਜਿਹੜੇ ਖੇਤਾਂ ਨੂੰ ਵਾਹੋ, ਖੇਤੀ ਕਰੋ। ਕ੍ਰਿਖੀ ਕਾਰ ਕਰੀਏ ਮਨ ਲਾਈ। ਮਨ ਲਾ ਕੇ ਗੁਰੂ ਘਰ ਦੀ ਸੇਵਾ ਸਮਝ ਕੇ ਖੇਤੀ ਦੀ ਕਿਰਤ ਕਮਾਈ ਕਾਰ ਕਰੀਏ। ਨਿਤ ਉਜਲ ਹੋਇ ਬੁੱਧ ਸਵਾਈ। ਜਿਉਂ-ਜਿਉਂ ਗੁਰੂ ਕੀ ਸੇਵਾ ਕਰੋਗੇ, ਖੇਤੀ ਕਰੋਗੇ, ਸਾਡਾ ਬਚਨ ਮੰਨ ਕੇ, ਜਿਹੜੀ ਤੁਹਾਡੀ ਬੁੱਧੀ ਹੈ ਦੂਣ ਸਵਾਈ ਨਿਤ ਦੀ ਨਿਤ ਹਮੇਸ਼ਾ ਉਜਲ ਪਵਿੱਤਰ ਨਿਰਮਲ ਹੁੰਦੀ ਜਾਏਗੀ। ਆਸ ਕਹ ਸਭ ਕੋ ਲੀਨ ਸੰਗਾਰੇ। ਇਹ ਬਚਨ ਕਹਿ ਕੇ ਮਹਾਰਾਜ ਜੀ ਨੇ ਜਿੰਨੀ ਸੰਗਤ ਸੀ ਨਾਲ ਲੈ ਲਈ ਹੈ। ਸਭ ਕਰਾਵਹਿ ਬਾਸੁਰ ਸਾਰੇ। ਸੇਵ ਕਰਾਵੇਂ ਪਾਠ ਹੈ ਵੀ ਸੇਵ ਕਰਾਵੇਂ ਬਾਸਰ ਸਾਰੇ। ਸਾਰਾ ਦਿਨ ਹੀ ਮਹਾਰਾਜ ਸੇਵਾ ਕਰਾਉਂਦੇ ਆ, ਖੇਤਾਂ ਵਿੱਚ ਖੇਤੀ ਕਰਵਾਉਂਦੇ, ਕਿਸੇ ਨੂੰ ਬਹਿਣ ਨਹੀਂ ਦਿੰਦੇ। ਜਬ ਦੇਖੀ ਸਿੱਖਨ ਅਸ ਚਾਲੇ। ਜਿਹੜੇ ਆ ਸਿੱਖ ਸਨ ਗਏ ਹੋਏ ਖੇਤਾਂ ਵਿੱਚ, ਜਦੋਂ ਉਹਨਾਂ ਨੇ ਮਹਾਰਾਜ ਜੀ ਦੀ ਐਸੀ ਚਾਲੀ ਰੀਤੀ ਕੌਤਕ ਜਿਹਾ ਦੇਖਿਆ ਹੈ। ਚੱਲੇ ਤਬ ਨਿਜ ਸਦਨ ਸੰਭਾਲੇ। ਆਪੋ ਆਪਣੇ ਘਰਾਂ ਨੂੰ ਚੇਤੇ ਜਾ ਕਰਕੇ ਤੇ ਘਰ ਚਲੇ ਗਏ, ਘਰ ਜਾ ਸੰਭਾਲੇ ਐ। ਕੇਤਕ ਚਤਰ 5 ਦਿਨ ਰਹੇ। ਉਹ ਚਲੇ ਗਏ ਆ ਵੀ ਜੇ ਇੱਥੇ ਖੇਤੀ ਕਰਕੇ ਪ੍ਰਸ਼ਾਦਾ ਛਕਣਾ ਤੇ ਆਪਾਂ ਘਰ ਹੀ ਕਿਉਂ ਨਾ ਖੇਤੀ ਕਰਕੇ ਛਕ ਲਈਏ। ਕੱਲ੍ਹ ਨੂੰ ਇੱਥੇ ਪਰੇਸ਼ਾਨ ਹੋਣਾ। ਅੰਮ੍ਰਿਤ ਵੇਲੇ ਵੀ ਉੱਠੋ, ਨਾਲੇ ਸਾਰਾ ਦਿਨ ਕੰਮ ਕਰੋ, ਅੱਠੀ ਪੈਰੇ ਪ੍ਰਸ਼ਾਦਾ ਛਕੋ, ਕਿਹੜਾ ਇੱਥੇ ਰਵੇ। ਐਵੇਂ ਆਪੋ ਆਪਣੇ ਘਰਾਂ ਨੂੰ ਚੇਤੇ ਜੇ ਕਰਕੇ ਤੇ ਚਲੇ ਗਏ ਆ। ਤੇ ਕੁਝ ਕੁ ਜਿਹੜੇ ਆ ਥੋੜ੍ਹੇ ਸਿਦਕ ਵਾਲੇ ਸਨ, ਉਹ 4-5 ਦਿਨ ਰਹੇ ਔਖੇ ਸੌਖੇ। ਕਰੀ ਕ੍ਰਿਤ ਕਛ ਭੂਖਾ ਦਹੇ। ਇੱਕ ਤੇ ਸਾਰਾ ਦਿਨ ਹੁਣ ਗੁਰੂ ਕੇ ਬਚਨਾਂ ਨਾਲ, ਬਚਨਾਂ ਦੇ ਕਹਿਣੇ ਕਰਕੇ ਖੇਤੀ ਕਰਨੀ ਪੈਂਦੀ ਹੈ। ਉੱਥੇ ਖੇਤਾਂ ਵਿੱਚ ਸੇਵਾ ਕਰਨੀ ਪੈਂਦੀ ਭੁੱਖੇ ਪਿਆਸਿਆਂ। ਉੱਪਰੋਂ ਅੱਠੀ ਪੈਰੀ ਭੋਜਨ ਮਿਲਦਾ, ਜਿਹੜਾ ਅੱਜ ਮਿਲਿਆ ਫਿਰ ਕੱਲ੍ਹ ਮਿਲਦਾ। ਤੇ ਭੁੱਖ ਨਹੀਂ, ਉਹ ਸਾੜੇ ਮਚਾਏ ਹੋਏ, ਸੜੇ ਮੱਚੇ ਹੋਏ ਐ। ਲਾਂਗਲ ਤਿਆਗੇ ਲੀਨ ਵਿਦਾਈ। ਅਖੀਰ ਹਲ ਜਾ ਵਾਹੁਣਾ ਛੱਡ ਦਿੱਤਾ ਹੈ। ਤੇ ਮਹਾਰਾਜ ਜੀ ਪਾਸ ਆ ਕੇ ਹੱਥ 'ਚ ਜੋੜ ਕੇ, ਮਹਾਰਾਜ ਕਿਰਪਾ ਕਰੋ, ਖੁਸ਼ੀ ਬਖਸ਼ੋ, ਹੁਣ ਚਲੀਏ ਘਰਾਂ ਨੂੰ ਤੇ ਆਪਣੇ ਘਰ ਹੀ ਜਾ ਕੇ ਕੰਮ ਧੰਦਾ ਵੇਖੀਏ। ਐਵੇਂ ਵਿਦਾਇਗੀ ਲੈ ਲਈ ਹੈ, ਆਗਿਆ ਲੈ ਲਈ, ਮਹਾਰਾਜ ਜਾਈਏ ਘਰ ਨੂੰ ਅਸੀਂ। ਗਏ ਧਾਮ ਨਿਜ ਕਾਰ ਕਮਾਈ। ਆਪੋ ਆਪਣੇ ਘਰਾਂ ਨੂੰ ਚਲੇ ਗਏ ਹੈ ਤੇ ਘਰ ਦਾ ਜਿਹੜਾ ਕੰਮ ਉਹ ਸ਼ੁਰੂ ਕਰ ਦਿੱਤਾ, ਘਰ ਦੀ ਕਮਾਈ ਸ਼ੁਰੂ ਕਰ ਦਿੱਤੀ ਹੈ ਤੇ ਗੁਰੂ ਘਰ ਛੱਡ ਦਿੱਤਾ ਹੈ। ਅਰਧਕ ਗਏ ਅਰਧ ਜਬ ਰਹੇ। ਅੱਧੇ ਕਦੇ ਜਿਹੜੇ ਵਿਚਾਰੇ ਐਵੇਂ ਹੀ ਔਖੇ ਜਿਹੇ ਹੋ ਕੇ ਚਲੇ ਗਏ ਵੀ ਜੇ ਉੱਥੇ ਹੀ ਮਹਾਰਾਜ ਖੇਤੀ ਖੂਤੀ ਕਰਕੇ ਛਕਣਾ ਹੈ ਔਖਿਆਂ ਹੋ ਕੇ, ਤੇ ਆਪਾਂ ਘਰੇ ਹੀ ਖੇਤੀ ਕਰ ਲੈਣੇ, ਰੋਟੀ ਖਾਣੀ ਉੱਥੋਂ ਖਾ ਲਿਆ ਕਰਾਂਗੇ। ਅੱਧੇ ਕੁ ਐਵੇਂ ਚਲ ਚੁਲ ਗਏ ਹੈ। ਅੱਧੇ ਕੁ ਜਦੋਂ ਰਹਿ ਗਏ ਆ ਸਿੱਖ, ਸਬਨ ਸੁਨਾਏ ਪ੍ਰਭੂ ਬਚ ਕਹੇ। ਸਾਰਿਆਂ ਨੂੰ ਸੁਣਾ ਕੇ ਮਹਾਰਾਜ ਨੇ ਕਹੇ ਵੀ ਜੋ ਛਕੂਏ ਕੁਣਕੇ ਕੇ ਭਾਜ ਗਏ, ਠੁਣਕੇ ਕੇ ਵੀ ਜਿਹੜੇ ਛਕਣ ਛਕਾਉਣ ਵਾਲੇ ਉਹ ਚਲ ਚੁਲ ਗਏ ਹੈ, ਹੁਣ ਵੀ ਤੁਸੀਂ ਰਹਿ ਗਏ ਹੋ। ਦੁਤੀਏ ਦਿਵਸ ਅਸਨ ਕੋ ਕਰੀਏ। ਇਹ ਸੰਗਤ ਜੀ ਇੱਦਾਂ ਕੰਮ ਨਹੀਂ ਚੱਲਣਾ ਵੀ ਅੱਠੀ ਪੈਰੀ ਪ੍ਰਸ਼ਾਦਾ ਛਕੀਏ। ਆ ਹੁਣ ਗੁਰੂ ਕੇ ਲੰਗਰਾਂ ਵਿੱਚ ਥੋੜ੍ਹੀ ਤੋਟਾ ਆ ਗਿਆ, ਇਸ ਕਰਕੇ ਦੂਜੇ ਦਿਨ ਭੋਜਨ ਛਕਣਾ ਕਰੀਏ, ਭਾਵ ਤੀਜੇ ਦਿਨ ਹੁਣ ਰੋਟੀ ਮਿਲਿਆ ਕਰੇਗੀ। ਬਾਹੋ ਖੇਤ ਸੰਕਟ ਪਰ ਹਰੀਏ। ਤੇ ਤਗੜਿਆਂ ਹੋ ਕੇ ਖੇਤੀ ਕਰੋ, ਹੁਣ ਖੇਤ ਵਾਹੋ, ਜਿਸ ਕਰਕੇ ਫਸਲ ਚੰਗੀ ਹੋ ਜੇ। ਜਿਹੜਾ ਕਾਲ ਪਿਆ ਹੋਇਆ ਹੈ, ਅੰਨ ਅਨਾਜ 'ਚ ਤੋਟਾ ਆਇਆ ਹੋਇਆ, ਉਹ ਸੰਕਟ ਆਪਣਾ ਦੂਰ ਕਰ ਲਈਏ ਤਾਂ ਜੋ ਲੰਗਰ ਫਿਰ ਚੱਲਣ ਖੁੱਲੇ ਡੁੱਲੇ ਹੀ। ਦਿਵਸ ਦਸਨ ਲੋ ਐਸ ਬਿਤਾਏ। ਇਹ ਗੁਰੂ ਸਾਹਿਬ ਜੀ ਦੀ ਮੌਜ ਸੀ, ਤੋਟਾ ਜਿੱਥੇ ਕੋਈ ਹੈ ਨਹੀਂ ਸੀ। ਇਹ ਮਾਰੇ ਪਰਖੀ ਰਹੇ ਸਨ। ਗੁਰੂ ਹੁਣ ਗੁਰਸੇਵਾ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਗੁਰੂ ਦੀ ਗੁਰਪੀਰਾਂ ਕੀ ਚਾਕਰੀ ਵੀ ਗੁਰੂ ਮਹਾਰਾਜ ਦੀ ਚਾਕਰੀ ਸੇਵਾ ਤੇ ਇਵੇਂ ਔਖੀ ਹੁੰਦੀ ਹੈ ਜੇ ਕਰੀਏ ਤੇ ਪਹਿਲਾਂ ਬੜੀ ਮੁਸ਼ੱਕਤ ਕਰਨੀ ਪੈਂਦੀ। ਜਦੋਂ ਮਹਾਰਾਜ ਨੇ ਇਵੇਂ ਕਿਹਾ ਹੈ, ਆਹ 10 ਦਿਨ ਤੱਕ ਇਸ ਤਰ੍ਹਾਂ ਕਈਆਂ ਨੇ ਲੰਘਾਏ ਬਿਤਾਏ ਐ। ਸ਼ੁਦਾ ਕ੍ਰਿਤ ਤੇ ਔਰ ਕੁਲਾਏ। ਇੱਕ ਤੇ ਭੁੱਖ ਸਤਾਉਂਦੀ ਹੈ, ਭੁੱਖ ਨੇ ਔਖਿਆਂ ਕੀਤਾ ਹੋਇਆ। ਉੱਪਰੋਂ ਜਿਹੜੀ ਖੇਤੀ ਦਾ ਕੰਮ, ਸਵੇਰੇ ਡਿਊਟੀ ਸ਼ੁਰੂ ਹੋ ਜਾਂਦੀ, ਸ਼ਾਮ ਤੱਕ ਕੋਈ ਸਾਹ ਨਹੀਂ ਮਹਾਰਾਜ ਲੈਣ ਦਿੰਦੇ। ਹ੍ਰਿਦੇ ਵਿੱਚ ਬੜੇ ਵਿਆਕਲ ਜੇ ਹੋਏ ਐ। ਦੋਹਰਾ
ਗਏ ਸਦਨ ਕੋ ਸਿੱਖ ਬਹੁ। ਬਹੁਤ ਜਿਹੜੇ ਸਿੱਖ ਹੈ ਉਹਦੇ ਘਰਾਂ ਨੂੰ ਚਲੇ ਗਏ। ਮਹਾਰਾਜ ਆਗਿਆ ਬਖਸ਼ੋ ਜਾਈਏ ਘਰ। ਰਹੇ ਅਲਪ ਤਿਹ ਥਾਏ। ਥੋੜੇ ਜੇ ਕਹਿੰਦੇ ਉਸ ਥਾਂ ਰਹਿ ਗਏ ਆ ਸਿੱਖ ਬਾਕੀ। ਚਤਰ ਪਹਿਰ ਲਾਂਗਲ ਲਿਏ। ਜਿਹੜੇ ਥੋੜੇ ਰਹਿ ਗਏ ਤੇ ਬਹੁਤ ਜ਼ਿਆਦੇ ਸਿਦਕੀ ਹਨ। 4 ਪਹਿਰ ਭਾਵ 12 ਘੰਟੇ ਜੋ ਜਾਂਦੇ ਆ ਸ਼ਾਮ ਤੱਕ ਵਾਪਸ ਨਹੀਂ ਆਉਂਦੇ ਆ। 12 ਘੰਟੇ ਤੱਕ ਹਲ ਜੇ ਲੈ ਕੇ ਕ੍ਰਿਤ ਸੋ ਵਹਿਰ ਕਮਾਏ। ਜੋ ਜੋ ਗੁਰੂ ਸਾਹਿਬ ਜੀ ਕੰਮ ਕਿਰਿਆ ਕਿਰਤ ਕਹਿੰਦੇ ਵੀ ਇੱਧਰ ਕਰੋ ਖੇਤੀ ਦਾ, ਇੱਧਰ ਕਰੋ ਆ ਕੇ ਸੇਵਾ, ਉਹ ਆਗਿਆ ਮੰਨ ਮੰਨ ਕੇ ਬਾਹਰ ਸੇਵਾ ਕਮਾਉਂਦੇ ਆ ਖੇਤਾਂ ਵਿੱਚ। ਚੌਪਈ ਮਰਨ ਧਾਰ ਔਰ ਬੈਠੇ ਸੋਏ। ਇਹ ਪੱਕੇ ਸਿਦਕੀ ਸਿੱਖ ਸਨ ਜਿਹੜੇ ਭੱਜਣ ਵਾਲੇ ਨਹੀਂ ਹੈ। ਤੇ ਉਹਨਾਂ ਨੇ ਤੇ ਸਾਧ ਸੰਗਤ ਜੀ ਇਵੇਂ ਮਰਨ ਦਾ ਹੀ ਜਿਹੜਾ ਹੈ ਮੰਡ ਬੈਠੇ ਹੈ। ਹ੍ਰਿਦੇ ਵਿੱਚ ਮਰਨਾ ਹੀ ਧਾਰ ਬੈਠੇ ਐ। ਜਾਏ ਨਾ ਕਬਹੋਂ ਕਾਸੇ ਹੋਏ। ਇਹੀ ਕਹਿੰਦੇ ਆਪੋ ਵਿੱਚ, ਕਹਿੰਦੇ ਵੀ ਕਿਸ ਤਰ੍ਹਾਂ ਹੀ ਹੋ ਜਾਏ। ਮਹਾਰਾਜ ਕਿੰਨੀ ਸੇਵਾ ਕਰਾਉਣ, ਕੁਝ ਕਰਾਉਣ, ਆਪਾਂ ਵੀ ਕਿਸੇ ਤਰ੍ਹਾਂ ਵੀ ਘਰ ਨਹੀਂ ਜਾਣਾ ਹੈ। ਇੱਥੇ ਰਹਿਣਾ ਗੁਰੂ ਕੇ ਚਰਨਾਂ 'ਚ ਰਹਿਣਾ। ਭਾਵੇਂ ਮਰ ਜਾਈਏ, ਭਾਵੇਂ ਜੀ ਪਈਏ, ਗੁਰੂ ਜੀ ਦੇਣ ਕੁਝ ਖਾਣ ਨੂੰ, ਭਾਵੇਂ ਨਾ ਦੇਣ, ਜਾਣਾ ਨਹੀਂ ਹੈ ਘਰ। ਮਰਨਾ ਹੀ ਧਾਰ ਬੈਠੇ ਐ। ਅਤ ਸ਼ੁੱਧਤਾ ਪਨ ਕ੍ਰਿਤ ਕਮਾਵਹ। ਇੱਕ ਦੇ ਵਿਚਾਰੇ ਭੁੱਖੇ ਪੇਟ ਰਹਿੰਦੇ ਐ, ਭੁੱਖ ਨਾਲ ਬੜੇ ਵਿਆਕਲ ਐ। ਫਿਰ ਜਿਹੜਾ ਖੇਤੀ ਵਿੱਚ ਕੰਮ ਕਰਨ ਕੋਈ ਢਿੱਲ ਨਹੀਂ ਕਰਦੇ। 4 ਪਹਿਰ ਹਲ ਤੇ ਹਲ ਚਲਾਈ ਜਾਂਦੇ ਤਗੜਿਆਂ ਹੋ ਕੇ, ਬੜੀ ਸੇਵਾ ਕਮਾਉਂਦੇ ਐ। ਦੁਰਬਲ ਭਏ ਨ ਸਦਨ ਸਿਧਾਵਹ। ਦੁਰਬਲ ਭਏ ਨ ਸਦਨ ਸਿਧਾਵੇਂ। ਕਮਜ਼ੋਰ ਸਰੀਰ ਕਰਕੇ ਹੋ ਗਏ ਐ, ਪਰ ਗੁਰੂ ਨੂੰ ਛੱਡ ਕੇ ਘਰਾਂ ਨੂੰ ਨਹੀਂ ਜਾਂਦੇ। ਕਹਿੰਦੇ ਨਹੀਂ ਜਾਣਾ ਹੈ। ਪ੍ਰਭ ਤਬ ਭਨਿਓ ਆਸਨ ਨਿਤ ਕੀਜੈ। ਇਹ ਗੁਰੂ ਸਾਹਿਬ ਜੀ ਦੀ ਸਾਰੀ ਮੌਜ ਹੀ ਸੀ। ਮਾਰਨ ਨਹੀਂ ਵੇਖ ਲਿਆ ਕੋਈ ਜਣ। ਕੁਝ ਭੱਜ ਗਏ, ਜਿਹੜੇ ਰਹਿ ਗਏ ਉਹਨਾਂ ਦਾ ਸਿਦਕ ਵੇਖ ਕੇ ਮਹਾਰਾਜ ਜੀ ਪ੍ਰਸੰਨ ਹੋਏ ਤੇ ਕਿਹਾ ਤਦੋਂ ਹੀ ਲਾਂਗਰੀ ਨੂੰ ਸੱਦ ਕੇ ਵੀ ਲਾਂਗਰੀ ਜੀ ਇਹ ਜਿਹੜਾ ਸਿੱਖਾਂ ਵਾਸਤੇ ਭੋਜਨ ਹੁਣ ਪਹਿਲਾਂ ਵਾਂਗ ਹੀ ਸੋਹਣਾ ਵੱਧ ਤੋਂ ਵੱਧ ਹੀ ਤਿਆਰ ਕਰੀਏ। ਜਾਂ ਤੇ ਸਿੱਖ ਤ੍ਰਿਪਤਾ ਸੁਖ ਦੀਜਾ। ਜਿਸ ਕਰਕੇ ਵੀ ਤੂੰ ਭੋਜਨ ਤਿਆਰ ਕਰਕੇ ਸਿੱਖਾਂ ਨੂੰ ਰਜਾ, ਚੰਗਾ ਹੀ ਤੇ ਸੁਖ ਦੇ, ਤੈਨੂੰ ਸੀਸਾਂ ਦੇਣ। ਗੁਰੂ ਕੇ ਸਿੱਖਾਂ ਦੀਆਂ ਸੀਸਾਂ ਲੈ। ਹੋਣ ਲੱਗਿਓ ਨਿਤ ਬਾਹਰ ਆਹਾਰਾ। ਜਿਵੇਂ ਪਹਿਲਾਂ ਲੰਗਰ ਤਿਆਰ ਹੁੰਦਾ ਸੀ ਉਸੇ ਤਰ੍ਹਾਂ ਹੀ ਫਿਰ ਜਿਹੜਾ ਲੰਗਰ ਬਹੁਤ ਤਿਆਰ ਹੋਣ ਲੱਗ ਪਿਆ ਕਰਤਾਰਪੁਰ ਸਾਹਿਬ। ਤ੍ਰਿਪਤਾ ਖਾਏ ਸੋ ਰੁਚ ਅਨੁਸਾਰਾ। ਜਿਹੜੇ ਗੁਰੂ ਕੇ ਸਿੱਖਾਂ ਨੇ ਭੁੱਖਾਂ ਤੇਹਾਂ ਕੱਟੀਆਂ ਕੁਝ ਦਿਨ, ਉਹ ਫਿਰ ਜਿਹੜੇ ਆ ਰੱਜ ਰਹਿ ਕੇ ਛਕਦੇ ਆ ਰੁਚੀ ਅਨੁਸਾਰ, ਜਿੰਨਾ ਹੀ ਜੀ ਕਰਦਾ ਹੈ। ਸਗਰੇ ਦਿਵਸ ਕਰਾਂ ਕ੍ਰਿਖਕਾਰੀ। ਸਾਰਾ ਦਿਨ ਜਿਹੜਾ ਹੈ ਖੇਤੀ ਦਾ ਕੰਮ ਕਰਦੇ ਰੱਜ ਪੁੱਜ ਕੇ। ਭਏ ਖੇਤ ਹਰਿਆਵਲ ਭਾਰੀ। ਜਿਸ ਕਰਕੇ ਸਿੱਖਾਂ ਦੀ ਘਾਲ ਕਮਾਈ ਨਾਲ ਖੇਤਾਂ ਵਿੱਚ ਬੜੀ ਭਾਰੀ ਹਰਿਆਵਲ ਹੀ ਹਰਿਆਵਲ ਹੋ ਗਈ ਹਰ ਪਾਸੇ। ਕਰ ਮਿਹਨਤ ਸਭ ਅੰਨ ਪਕਾਏ। ਸਾਰੇ ਸਿੱਖਾਂ ਨੇ ਬੜੀ ਮਿਹਨਤ ਕੀਤੀ ਹੈ। ਮਿਹਨਤ ਕਰਕੇ ਸਾਰੇ ਜਿਹੜੇ ਨਾ ਖੇਤ ਅੰਨ ਨਾਲ ਪਕਾ ਲਏ, ਭਾਵ ਖੇਤੀ ਸਾਰੀ ਪੱਕ ਗਈ ਹੈ। ਗੁਰ ਸਮੀਪ ਅਸ ਬਚਨ ਅਲਾਏ। ਜਦੋਂ ਖੇਤੀ ਪੱਕ ਗਈ ਹੈ, ਗੁਰੂ ਮਹਾਰਾਜ ਦੇ ਪਾਸ ਆ ਕੇ ਦੇ ਸਿੱਖ ਇਵੇਂ ਕਹਿਣ ਲੱਗੇ, ਕਿਰਪਾ ਤੁਮਾਰੀ ਤੇ ਕ੍ਰਿਖ ਪਾਕੀ। ਮਹਾਰਾਜ ਤੁਹਾਡੀ ਕਿਰਪਾ ਨਾਲ ਜੋ ਆਪਾਂ ਖੇਤੀ ਲਾਈ ਸੀ, ਬੀਜੀ ਸੀ, ਗੁਰੂ ਮਹਾਰਾਜ ਤੁਹਾਡੀ ਸੇਵਾ ਨਾਲ ਜਿਹੜੀ ਪਰਵਰਿਸ਼ ਕੀਤੀ ਸੀ ਖੇਤੀ ਦੀ, ਉਹ ਖੇਤੀ ਸਾਰੀ ਪੱਕ ਗਈ ਹੈ। ਅਬ ਕੈਸੇ ਆਏ ਸਤਾ ਕੀ। ਉਸ ਖੇਤੀ ਨੂੰ ਕੀ ਕਰਨਾ ਮਹਾਰਾਜ, ਆਪ ਜੀ ਦੀ ਕੈਸੀ ਆਗਿਆ ਹੈ ਵੀ ਉਹ ਖੇਤੀ ਦਾ ਕੀ ਕਰਨਾ, ਵੱਢ ਲਈਏ ਜਾਂ ਉਸੇ ਤਰ੍ਹਾਂ ਖੜੀ ਰਹਿਣ ਦਈਏ। ਸਤਿਗੁਰ ਕਹਿਓ ਬਾੜ ਸਭ ਲੀਜਾ। ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ ਜੇ ਪੱਕ ਗਈ ਹੈ ਤੇ ਖੜਿਆਂ ਕਾਹਨੂੰ ਰੱਖਣਾ, ਤੁਸੀਂ ਵੱਢ ਲਓ ਖੇਤੀ ਸਾਰੀ। ਨਹਿ ਗਾਹੋ ਖਲਵਾਰੇ ਕੀਜਾ। ਹਾਂ, ਪਰ ਇੱਕ ਗੱਲ ਪੱਕੀ ਹੈ ਵੀ ਉਹ ਖੇਤੀ ਸਾਰੀ ਵੱਢ ਲਓ, ਪਰ ਗਾਉਣੀ ਨਹੀਂ ਹੈ, ਉਹਦੇ ਵਿੱਚ ਦਾਣੇ ਨਹੀਂ ਕੱਢਣੇ ਹੈ, ਤੇ ਖਲਵਾੜੇ ਜ਼ਰੂਰ ਲਾ ਦਿਓ।
ਢੇਰ ਲਾ ਦਿਓ ਉਂਝ ਪੰਡਾਂ ਬੰਨ ਕੇ। ਪਾਏ ਰਜਾਏ ਦਾਤ ਲੈ ਦਾਤਾ। ਗੁਰੂ ਕੇ ਸੇਵਕ ਦਾਸ ਆਗਿਆ ਮਹਾਰਾਜ ਦੀ ਲੈ ਕੇ ਆਪੂ ਆਪਣੀਆਂ ਦਾਤਰੀਆਂ ਲੈ ਕੇ। ਲਾਗੇ ਲੁਨਨ ਜਹਾਂ ਕ੍ਰਿਖ ਰਾਸਾ। ਜਿੱਥੇ ਬਹੁਤ ਖੇਤ ਖੇਤੀ ਨਾਲ ਪੱਕੇ ਹੋਏ ਭਰੇ ਹੋਏ ਐ ਉਹ ਖੇਤਾਂ ਨੂੰ ਕੱਟਣ ਲੱਗ ਪਏ ਐ। ਬਾੜ ਬਾੜ ਕਾ ਖੇਤਨ ਸਾਰੇ। ਜਿੰਨੇ ਖੇਤ ਪੱਕੇ ਸੀ ਸਾਰੇ ਵੱਢ ਵੱਢ ਕੇ। ਲਾਏ ਅਧਿਕ ਊਚ ਖਲਵਾਰੇ। ਜਿਵੇਂ ਗੁਰੂ ਕਾ ਹੁਕਮ ਹੈ ਹੁਕਮ ਅਨੁਸਾਰ ਹੀ ਪੰਡਾਂ ਬੰਨ ਬੰਨ ਕੇ ਬਹੁਤ ਉੱਚੇ ਖਲਵਾੜੇ ਜਿਹੜੇ ਢੇਰ ਆ ਉਹ ਲਾ ਦਿੱਤੇ ਐ। ਬਾਹਰ ਗਏ ਸਿੱਖ ਗੁਰੂ ਅਗਾਰੀ। ਫਿਰ ਸਿੱਖ ਜਿਹੜੇ ਢੇਰ ਲਾ ਕੇ ਖਲਵਾੜੇ ਲਾ ਕੇ ਸਤਿਗੁਰੂ ਜੀ ਦੇ ਅੱਗੇ ਸਨਮੁਖ ਗਏ ਐ। ਕਹਿਓ ਕਰੀ ਇਕੱਠੀ ਕ੍ਰਿਖ ਸਾਕਾ। ਕਹਿਓ ਕਰੀ ਇਕੱਠੀ ਕ੍ਰਿਖ ਸਾਰੀ। ਸਿੱਖਾਂ ਨੇ ਜਾ ਕੇ ਕਿਹਾ ਮਹਾਰਾਜ ਜਿਵੇਂ ਆਪ ਜੀ ਨੇ ਕਿਹਾ ਖੇਤੀ ਸਾਰੀ ਵੱਢ ਲਈ ਹੈ ਪੰਡਾਂ ਬੰਨ ਕੇ ਇੱਕ ਥਾਂ ਖਲਵਾੜੇ ਕਰਕੇ ਖੇਤੀ ਸਾਰੀ ਇਕੱਠੀ ਕਰ ਲਈ ਹੈ। ਲਾਗੇ ਅਧਿਕ ਊਚ ਅੰਬਾਰੇ। ਬਹੁਤ ਉੱਚੇ ਉੱਚੇ ਮਹਾਰਾਜ ਢੇਰ ਲੱਗ ਗਏ ਐ। ਅਬਰ ਜਾਏ ਰਾਵਰ ਅਨਸਾਰੇ। ਹੁਣ ਆਪ ਜੀ ਦੀ ਆਗਿਆ ਅਨੁਸਾਰ ਹੀ ਆ ਵੀ ਜੇ ਆਪ ਜੀ ਕਹਿੰਦੇ ਹੋ ਤੇ ਦਾਣੇ ਕੱਢ ਲੈਨੇ ਆ ਨਹੀਂ ਤੇ ਢੇਰ ਤੇ ਫਿਰ ਲੱਗੇ ਹੋਏ ਐ। ਤਿਹ ਛਿਨ ਸੁਨ ਕੈ ਪ੍ਰਭੂ ਤੰਗੇ। ਮਹਾਰਾਜ ਜੇ ਤੁਸੀਂ ਕਹੋ ਵੀ ਦਾਣੇ ਕੱਢ ਲਈਏ ਜੇ ਨਹੀਂ ਕਹਿੰਦੇ ਤੇ ਨਹੀਂ ਕੱਢਦੇ ਹਾਂ। ਉਸ ਵੇਲੇ ਸੁਣ ਕੇ ਮਹਾਰਾਜ ਜੀ ਨੇ ਕਿਹਾ ਹੈ ਜੋ ਬੜੇ ਉੱਚੇ ਸਤਿਗੁਰੂ ਹੈ। ਚੱਲੇ ਬਿਲੋਕਨ ਕੋ ਤਿਨ ਸੰਗੇ। ਜੋ ਸਿੱਖਾਂ ਨੇ ਕਿਹਾ ਹੈ ਵੀ ਮਹਾਰਾਜ ਢੇਰ ਲੱਗ ਗਏ ਆ ਮਹਾਰਾਜ ਦੇਖਣ ਵਾਸਤੇ ਉਹਨਾਂ ਸਿੱਖਾਂ ਦੇ ਨਾਲ ਹੀ ਚੱਲ ਪਏ ਖੇਤਾਂ ਨੂੰ। ਉੱਚੇ ਜਹਾਂ ਅੰਬਾਰ ਲਗਾਏ। ਜਿੱਥੇ ਗੁਰੂ ਕੇ ਸਿੱਖਾਂ ਨੇ ਬੜੇ ਉੱਚੇ ਉੱਚੇ ਢੇਰ ਲਾਏ ਹੋਏ ਸਨ ਕਣਕ ਆਦਿਕ ਦੇ। ਠਾਂਡੇ ਆਨ ਭਏ ਤਿਹ ਥਾਏ। ਗੁਰੂ ਮਹਾਰਾਜ ਉਸ ਖੇਤਾਂ ਵਾਲੇ ਥਾਂ ਤੇ ਆਣ ਖੜੋਤੇ ਐ। ਹਰਖੇ ਦੇਖ ਤਿਨ ਹੈ ਸੁਖ ਸਦਨੰ। ਮਹਾਰਾਜ ਲੱਗੇ ਹੋਏ ਢੇਰਾਂ ਬੰਨੀ ਦੇਖ ਕੇ ਸੁੱਖਾਂ ਦੇ ਘਰ ਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਐ ਤੇ ਸਿੱਖਾਂ ਵੱਲ ਵੇਖ ਕੇ ਬੜੇ ਪ੍ਰਸੰਨ ਹੋਏ ਵੀ ਸਾਡੇ ਸਿੱਖਾਂ ਨੇ ਬਚਨ ਮੰਨ ਕੇ ਬੜੀ ਸੋਹਣੀ ਖੇਤੀ ਕੀਤੀ ਹੈ ਉਹਨਾਂ ਦਾ ਫਲ ਇਹਨਾਂ ਨੂੰ ਮਿਲਿਆ। ਆ ਕਿੱਡੇ ਸੋਹਣੀ ਜਿਹੜੀ ਖੇਤੀ ਹੋਈ ਹੈ। ਸਾਧ ਸਾਧ ਉਚਰਿਓ ਸ੍ਰੀ ਬਦਨੰ। ਸੋਭਾ ਵਾਲੇ ਮੁਖ ਤੁਮਾਰੇ ਨੇ ਕਿਹਾ ਸ਼ਾਬਾਸ਼ ਸਿੱਖੋ ਸ਼ਾਬਾਸ਼ ਸਿੱਖੋ। ਤੁਮਰੀ ਘਾਲ ਪਈ ਸਭ ਥਾਈ। ਤੁਹਾਡੀ ਜਿਹੜੀ ਘਾਲ ਕਮਾਈ ਹੈ ਸਭ ਥਾਂ ਪੈ ਗਈ ਹੈ। ਆ ਤੁਸੀਂ ਸਾਨੂੰ ਖੁਸ਼ ਪ੍ਰਸੰਨ ਕਰ ਲਿਆ ਅਸੀਂ ਬੜੇ ਖੁਸ਼ ਹਾਂ ਤੁਹਾਡੇ ਉੱਪਰ। ਜੋ ਗੁਰ ਕੇ ਹਿਤ ਕ੍ਰਿਤ ਕਮਾਈ। ਜੋ ਵੀ ਤੁਸਾਂ ਨੇ ਰਲ ਮਿਲ ਕੇ ਸਰੀਰ ਤੇ ਤੰਗੀ ਝੱਲ ਕੇ ਭੁੱਖ ਤੇ ਜਰ ਕੇ ਗੁਰੂ ਦੇ ਵਾਸਤੇ ਗੁਰੂ ਦੀ ਖੁਸ਼ੀ ਨਿਮਿਤ ਸੇਵਾ ਕਮਾਈ ਹੈ ਕਿਰਤ ਕਮਾਈ ਹੈ। ਅਬ ਤੁਮ ਬਚਨ ਮਾਨੀਏ ਆਸੇ। ਹੁਣ ਸਾਡਾ ਜਿਹੜਾ ਬਚਨ ਹੈ ਨਾ ਇਸ ਤਰ੍ਹਾਂ ਮੰਨੀਏ। ਹਿਰਦੇ ਤੁਮਾਰੇ ਲਾਗਹ ਜਾਸੇ। ਭਾਵ ਕਿ ਐਸਾ ਸਾਡਾ ਬਚਨ ਉਹ ਤੁਸੀਂ ਮੰਨੀਏ। ਬਾਕੀ ਜਿਸ ਤਰ੍ਹਾਂ ਤੁਹਾਨੂੰ ਹਿਰਦੇ 'ਚ ਚੰਗਾ ਲੱਗਦਾ ਤੁਸੀਂ ਉਸ ਤਰ੍ਹਾਂ ਕਰ ਲਓ। ਸਾਡਾ ਤੇ ਆਹ ਬਚਨ ਹੈ ਬਾਕੀ ਜੋ ਤੁਹਾਨੂੰ ਚੰਗਾ ਲੱਗਦਾ ਉਹ ਤੁਸੀਂ ਕਰ ਲਈਏ। ਸਿੱਖ ਕਹਿਓ ਕਿਆ ਹਮ ਸਿੱਖ ਕਹਿਓ ਕਿਆ ਹਮਾਰੇ ਹਾਥਾ। ਸਿੱਖਾਂ ਨੇ ਕਿਹਾ ਮਹਾਰਾਜ ਅਸੀਂ ਤੇ ਤੁਹਾਡੇ ਸੇਵਕ ਹਾਂ ਤੇ ਸੇਵਕ ਹੱਥ ਕੀ ਹੁੰਦਾ ਹੈ ਸਾਡੇ ਹੱਥ ਭਲਾ ਕੀ ਹੈ। ਚੱਲੈ ਆਪ ਕੇ ਬਚਨਨ ਸਾਥਾ। ਅਸੀਂ ਤੇ ਤੁਹਾਡੇ ਦਾਸ ਸੇਵਕ ਸਿੱਖ ਬਣੇ ਆ ਆਪ ਜੀ ਦੇ ਬਚਨਾਂ ਨਾਲ ਹੀ ਚੱਲਾਂਗੇ ਜਿਵੇਂ ਆਪ ਕਹੋਗੇ ਤੁਹਾਡੇ ਬਚਨਾਂ ਅਨੁਸਾਰ ਹੀ ਆ। ਦੋਹਰਾ ਸ੍ਰੀ ਨਾਨਕ ਭਾਖੀ ਤਬਾ। ਤਦੋਂ ਸੁਣ ਕੇ ਵੀ ਜੇ ਤੁਸੀਂ ਕਹਿੰਦੇ ਸਾਡੇ ਬਚਨਾਂ ਨਾਲ ਹੀ ਹੈ ਚੱਲਣਾ ਤੇ ਮਹਾਰਾਜ ਨੇ ਫਿਰ ਬਚਨ ਅੱਗੋਂ ਕਿਹਾ। ਸੁਨੋ ਬਚਨ ਦੇ ਕਾਨ। ਭਾਈ ਸਿੱਖੋ ਆਪਣਾ ਕੰਨ ਦੇ ਕੇ ਸਾਡਾ ਬਚਨ ਸੁਣੋ ਭਾਵ ਧਿਆਨ ਨਾਲ ਸੁਣੋ। ਇਹ ਲਾਲਚ ਕੇ ਕਰੇ ਤੇ। ਜੇ ਵੀ ਆ ਲਾਲਚ ਕਰ ਲਈਏ ਵੀ ਖੇਤੀ ਦੇ ਢੇਰ ਬੜੇ ਲੱਗੇ ਆ ਚਲੋ ਦਾਣੇ ਕੱਢ ਲਈਏ ਸੋਹਣਾ ਅੰਨ ਹੋ ਜਾਊਗਾ ਫਿਰ ਛਕਦੇ ਛਕਾਉਂਦੇ ਰਵਾਂਗੇ ਮਹੀਨਿਆਂ ਬੱਧੀ। ਜੇ ਮਹਾਰਾਜ ਕਹਿੰਦੇ ਇਹ ਵੀ ਲਾਲਚ ਕਰੀਏ ਲਾਲਚ ਕਰੀਏ। ਨਹ ਆਵਾ ਕੱਛ ਪਾਨਾ। ਕੁਝ ਆਪਣੇ ਹੱਥ ਤੇ ਆਉਣਾ ਨਹੀਂ ਹੈ ਖੇਤੀ ਗਾਹ ਲੈਣੀ ਹੈ ਉਹ ਫਸਲ ਗਾਹ ਲੈਣੀ ਦਾਣੇ ਨਿਕਲ ਆਉਣੇ ਹੈ ਅੰਨ ਆਪਾਂ ਉੱਥੇ ਪਾ ਲੈਣਾ ਕਮਰਿਆਂ 'ਚ ਫਿਰ ਲੰਗਰ ਲਾਈ ਜਾਣਾ। ਇਹ ਕੁਝ ਆਪਣੇ
ਹੱਥ ਤੇ ਆਉਣਾ ਨਹੀਂ। ਇਹ ਮਹਾਰਾਜ ਪ੍ਰੀਖਿਆ ਲੈਣੀ ਨਾ, ਤਾਂ ਹੀ ਇਸ ਤਰ੍ਹਾਂ ਕਹਿ ਰਹੇ ਸਨ। ਚੌਪਈ ਲੀਜੈ ਪਾਵਕ ਫੂਕਹੁ ਸਾਰੀ। ਇਸ ਕਰਕੇ ਤੁਸੀਂ ਨਾ ਸਾਡਾ ਬਚਨ ਮੰਨੋ, ਆਪੋ ਆਪਣੇ ਹੱਥਾਂ ਵਿੱਚ ਅੱਗ ਲੈ ਲਓ। ਜਿੰਨੇ ਵੀ ਢੇਰ ਲਾਏ ਹੋਏ ਆਪੋ ਆਪਣੇ, ਉਹ ਸਾਰੇ ਦੇ ਸਾਰੇ ਫੂਕ ਦਿਓ, ਅੱਗ ਲਾ ਦਿਓ ਇਹ ਸਭ ਕਣਕ ਨੂੰ। ਔਰ ਲਾਲਚ ਕੋ ਦੇਹੋ ਬਿਦਾਰੀ। ਇਹਦੇ ਵਿੱਚ ਜਿਹੜਾ ਲਾਲਚ ਹੈ ਨਾ, ਵੀ ਢੇਰ ਬੜੇ ਹੈ, ਦਾਣੇ ਬਹੁਤੇ ਨਿਕਲਣਗੇ, ਛਕਦੇ ਛਕਾਉਂਦੇ ਰਵਾਂਗੇ, ਘਾਟ ਨਹੀਂ ਰਹੂਗਾ। ਇਹ ਲਾਲਚ ਤੁਸੀਂ ਹਿਰਦੇ ਚੋਂ ਦੂਰ ਕਰ ਦਿਓ, ਨਾਸ ਕਰ ਦਿਓ। ਸੁਨ ਕੈ ਬਿਸਮਾਦੇ ਮਨ ਮਾਹੀ। ਮਹਾਰਾਜ ਜੀ ਦੇ ਜਿਹੜੇ ਐਸੇ ਬਚਨ ਸੁਣ ਕੇ ਮਨ ਵਿੱਚ ਕਈ ਸਿੱਖ ਤੇ ਉਸੇ ਵੇਲੇ ਅਚਰਜੀ ਹੋ ਗਏ, ਹੈਰਾਨੀ ਹੋ ਗਈ, ਹੱਕੇ ਬੱਕੇ ਰਹਿ ਗਏ ਵੀ ਇੰਨੀ ਖੇਤੀ ਮਿਹਨਤ ਕੀਤੀ ਹੈ। ਮਹਾਰਾਜ ਕਹਿੰਦੇ ਅੱਗ ਲਾ ਦਿਓ। ਅੰਨ ਰਾਸ ਕਿਉ ਸਰਬ ਫੁਕਾਹੀ। ਆਪੋ ਵਿੱਚ ਹੀ ਕਹਿਣ ਲੱਗ ਪਏ, ਇੱਕ ਦੂਜੇ ਨੂੰ ਕਹਿੰਦੇ ਉਹ ਕਿੰਨਾ ਬਹੁਤ ਅੰਨ ਹੋਇਆ ਹੈ, ਕਿੰਨੀ ਅਖਿਆਈ ਨਾਲ ਪੈਦਾ ਹੋਇਆ ਹੈ, ਕਿੰਨੇ ਆਪਾਂ ਜਫਰ ਜਾਲੇ ਹੈ। ਮਹਾਰਾਜ ਪਤਾ ਨਹੀਂ ਕਿਉਂ ਸਾਰਾ ਫੁਕਾਉਣਾ ਚਾਹੁੰਦੇ, ਕਿਉਂ ਸੜਵਾਉਣਾ ਚਾਹੁੰਦੇ ਹੈ। ਵੱਡੇ ਜ਼ੋਰ ਸ਼ੌਕੀਨ ਕਮਾਈ। ਵੇਖੋ ਤੁਹਾਨੂੰ ਪਤਾ ਹੀ ਹੈ ਨਾ ਭਾਈ, ਆਪਾਂ ਕਿੰਨੇ ਜ਼ੋਰ ਨਾਲ ਕਮਾਈ ਕੀਤੀ ਹੈ। ਲੰਗਰ ਦੀ ਵੀ ਘਾਟ ਆ ਗਈ ਸੀ, ਛਕਣ ਛਕਾਉਣ ਵੀ ਬੰਦ ਹੋ ਗਿਆ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪਹਿਰਾ ਸੀ ਸੇਵਾ ਦਾ। ਵੱਡੇ ਜ਼ੋਰ ਨਾਲ ਕਮਾਈ ਕੀਤੀ ਹੈ। ਰਤ ਪਾਰੀ ਬਹੁ ਸੰਕਟ ਪਾਈ। ਕਿੰਨੇ ਸੰਕਟ ਦੁੱਖ ਪਾ ਕੇ ਆਪਾਂ ਨੇ ਖੇਤੀ ਪਾਲੀ ਹੋਈ ਹੈ, ਕੋਈ ਕਮੀ ਨਹੀਂ ਸੀ ਰਹਿਣ ਦਿੱਤੀ। ਹਮ ਤੇ ਫੂਕੀ ਜਾਏ ਨਾ ਕਹੀ। ਕਈ ਤੇ ਜਿਹੜੇ ਵਿੱਚੋਂ ਆਕੜ ਜੇ ਗਏ, ਵਿਟਰ ਜੇ ਗਏ। ਮਹਾਰਾਜ ਨੂੰ ਕਹਿੰਦੇ ਸੱਚਾ ਪਾਤਸ਼ਾਹ ਖੇਤੀ ਬੜੀ ਔਖਿਆਂ ਹੀ ਤਿਆਰ ਕੀਤੀ ਹੈ, ਇਸ ਕਰਕੇ ਹੱਥੀਂ ਤਿਆਰ ਕਰਕੇ ਸਾਡੇ ਕੋਲ ਤੇ ਕੁਝ ਕੀਤਾ ਨਹੀਂ ਜਾਂਦਾ। ਸਾਡੇ ਕੋਲ ਤੇ ਮਹਾਰਾਜ ਕਿਸੇ ਤਰ੍ਹਾਂ ਫੂਕੀ ਨਹੀਂ ਜਾਣੀ, ਅਸੀਂ ਨਹੀਂ ਫੂਕਣੀ ਹੈ। ਹਟਕ ਰਹੇ ਕੇਤਕ ਕਹੇਹੀ। ਇਹ ਕਹਿ ਕੇ ਤੇ ਉਹ ਹਟ ਗਏ, ਪਿੱਛੇ ਹੋ ਗਏ, ਮੁੜ ਕੇ ਪਛਾਂ ਜਿਹੇ ਹੋ ਰਹੇ ਕਿ ਮਹਾਰਾਜ ਅਸੀਂ ਅੱਗ ਨਹੀਂ ਲਾਉਣੀ ਹੈ। ਅੱਖੀ ਵੇਖ ਕੇ ਜ਼ਹਿਰ ਨਹੀਂ ਖਾਧਾ ਜਾਂਦਾ। ਕੇਤਕ ਵਿਚਾਰਿਓ ਹਿਰਦੇ ਮਝਾਰਾ। ਇਹ ਜਿਹੜੇ ਡਾਵਾਂ ਡੋਲ ਹੋਣ ਵਾਲੇ ਸੀ, ਕਿਤਨਿਆਂ ਕਨੇ ਤੇ ਜਿਹੜੇ ਸਿਆਣੇ ਸਿਆਣੇ ਸਿੱਖ ਭਾਵਨਾ ਵਾਲੇ, ਉਹਨਾਂ ਹਿਰਦੇ ਵਿੱਚ ਵਿਚਾਰਿਆ। ਹਮ ਤੋ ਸ੍ਰੀ ਗੁਰ ਬਚਨ ਸਾਰਾ। ਇੱਕ ਦੂਜੇ ਨੂੰ ਕਹਿੰਦੇ ਪਿਆਰਿਆ ਸਿੱਖਾ ਗੁਰਮੁਖਾ, ਵੇਖ ਆਪਾਂ ਗੁਰੂ ਕੇ ਸਿੱਖ ਹਾਂ, ਆਪਾਂ ਗੁਰੂ ਦੇ ਬਚਨਾਂ ਅਨੁਸਾਰ ਹਾਂ, ਜਿਵੇਂ ਗੁਰੂ ਮਹਾਰਾਜ ਕਹਿਣ। ਹਾਨ ਲਾਭ ਚਾਹੀਏ ਨਾ ਦੇਖਾ। ਉਹ ਅਸੀਂ ਸਿੱਖ ਹੋ ਕੇ ਅਸੀਂ ਕੀ ਦੇਖੀਏ ਵੀ ਹਾਨੀ ਹੋਣੀ ਕਿ ਲਾਭ ਹੋਣਾ। ਗੁਰੂ ਨੂੰ ਸਭ ਪਤਾ ਹੀ ਹੈ ਵੀ ਕਣ ਦਾਣੇ ਨਿਕਲਣਗੇ, ਲਾਭ ਹੋ ਜਾਊਗਾ, ਅੱਗ ਲਾ ਦੇਵਾਂਗੇ, ਹਾਨੀ ਹੋ ਜਾਊਗੀ। ਇਹ ਸਾਨੂੰ ਸਿੱਖਾਂ ਨੂੰ ਨਹੀਂ ਦੇਖਣਾ ਚਾਹੀਦਾ ਹਾਨ ਲਾਭ। ਆਏ ਸਮਾਨ ਇਹੀ ਵਸੇਖੀ। ਅਸੀਂ ਤੇ ਬਸ ਗੁਰੂ ਕੀ ਆਗਿਆ ਹੀ ਮੰਨੀਏ, ਆਗਿਆ ਮੰਨ ਲਈਏ ਤੇ ਅੱਗ ਲਾ ਦੇਣੀ ਸਾਨੂੰ ਯੋਗ। ਇਹੀ ਸਾਡੀ ਵਿਸ਼ੇਸ਼ਤਾ ਹੀ ਹੈ, ਇਹੀ ਵਡੱਪਣ ਪੁਣਾ, ਇਹੀ ਸਿੱਖੀ ਹੈ ਜਿਹੜਾ ਗੁਰੂ ਕਾ ਬਚਨ ਮੰਨਣਾ ਹੈ। ਲੈ ਪਾਵਕ ਤਿਨ ਤੁਰਤ ਲਗਾਈ। ਉਹਨਾਂ ਸਿੱਖਾਂ ਨੇ ਉਸੇ ਵੇਲੇ ਗੁਰੂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਅੱਗ ਜਿਹੜੀ ਦਵਾ ਦਵਾ ਉਹ ਢੇਰਾਂ ਦੇ ਢੇਰਾਂ ਨੂੰ ਲਾ ਦਿੱਤੀ ਹੈ। ਸੁੱਕੀ ਹੋਤੀ ਭਾਈ ਜਰ ਛਾਈ। ਹੁਣ ਇਹ ਫਸਲ ਸਾਰੀ ਸੁੱਕੀ ਹੋਈ ਸੀ, ਜਿਸ ਕਰਕੇ ਜੜ ਸੜ ਮੱਚ ਗਈ, ਭਾਂਬੜੀ ਮੱਚ ਗਏ ਉੱਥੇ। ਇਸ ਬਿਦ ਪਿਖ ਕਾ ਸਭ ਬਿਸਮਾਨੇ। ਇਸ ਤਰ੍ਹਾਂ ਵੇਖ ਕੇ ਸਾਰੇ ਨਾ ਡਾਵਾਂ ਡੋਲੀ ਹੋ ਗਏ, ਹੱਕੇ ਬੱਕੇ ਹੋ ਗਏ, ਅਚਰਜ ਹੋ ਗਏ ਵੀ ਕਿੰਨੀ ਮਿਹਨਤ ਕਰਾਈ ਹੈ ਮਹਾਰਾਜ ਨੇ। ਕਿੰਨੇ ਸਿੱਖ ਭੱਜ ਗਏ ਇਸੇ ਖੇਤੀ ਨੂੰ ਤਿਆਰ ਕਰਦਿਆਂ ਕਰਦੇ ਵੀ ਅਸੀਂ ਰਹਿਣਾ ਨਹੀਂ, ਜੇ ਖਾਣਾ ਪੀਣਾ ਨਹੀਂ ਮਿਲਣਾ ਤੇ ਮਹਾਰਾਜ ਨੇ ਵੇਖ ਲਓ ਇੰਨੇ ਮਹੀਨੇ ਦੀ ਮਿਹਨਤ ਐਵੇਂ ਫੂਕ ਕੇ ਰੱਖ ਦਿੱਤੀ ਹੈ। ਕਈ ਦੇ ਅਚਰਜ ਹੈਰਾਨੀ ਹੋ ਗਏ ਹੈ। ਗੁਰ ਕੀ ਗਤ ਕਛ ਜਾਏ ਨਾ ਜਾਣੀ। ਐਵੇਂ ਕਹਿੰਦੇ ਭਾਈ ਗੁਰੂ ਦੀ ਜਿਹੜੀ ਗਤ ਮਿੱਤ ਮਰਿਆਦਾ ਨਾ ਉਹ ਜਾਣੀ ਨਹੀਂ ਜਾਂਦੀ, ਸਮਝੀ ਨਹੀਂ ਜਾਂਦੀ ਵੀ ਗੁਰੂ ਕੀ ਕਰ ਰਹੇ ਹੈ। ਪਦ ਪੰਕਜ ਕੋ ਬੰਧਨ ਕਰਹੀ। ਜਿਹੜੇ ਸਿਆਣੇ ਸਿੱਖ ਮਹਾਰਾਜ ਦੇ ਚਰਨ ਕਮਲਾਂ ਉੱਪਰ ਆ ਕੇ ਮੱਥਾ ਟੇਕਣਾ ਕਰ ਰਹੇ ਹੈ। ਮੁਖ ਤੇ ਜਾ ਜਾ ਸ਼ਬਦ ਉਚਰਹੀ। ਮੁੱਖੋਂ ਇਹੀ ਕਹਿੰਦੇ ਆ ਧੰਨ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ, ਤੁਹਾਡੀ ਫਤਿਹ ਹੋਵੇ, ਤੁਹਾਡੀ ਮਹਾਰਾਜ ਜਿੱਤ ਹੋਵੇ।
ਗੁਰੂ ਨਾਨਕ ਸਾਹਿਬ ਜੀ ਸਦਾ ਜੈ ਇਹੀ ਸ਼ਬਦ ਵਿੱਚ ਉਚਾਰ ਰਹੇ। ਚੱਲ ਆਏ ਪੁਨ ਪੁਰ ਕਰਤਾਰਾ। ਫਿਰ ਗੁਰੂ ਮਹਾਰਾਜ ਸਾਰੀ ਖੇਤੀ ਨੂੰ ਅੱਗ ਲਗਵਾ ਕੇ ਆਪ ਸ੍ਰੀ ਕਰਤਾਰਪੁਰ ਸਾਹਿਬ ਚੱਲ ਕੇ ਆ ਗਏ ਹੈ। ਜਹ ਤਹ ਹੋਵੈ ਸ਼ਬਦ ਵਿਚਾਰਾ। ਜਿੱਥੇ ਕਿੱਥੇ ਵੀ ਗੁਰੂ ਕੀ ਸੰਗਤ ਗੁਰਬਾਣੀ ਦੇ ਸ਼ਬਦ ਨਾਮ ਅਭਿਆਸ ਦੀ ਵਿਚਾਰ ਕਰ ਰਹੀ ਹੈ। ਗੁਰਬਾਣੀ ਦੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਪੜ੍ਹ ਕੇ ਬ੍ਰਹਮ ਵਿਚਾਰਾਂ ਹੀ ਹੋ ਰਹੀਆਂ। ਕਿਤਕ ਕਾਲ ਜਬ ਬੀਤਿਓ ਬਹੋਰੀ। ਫਿਰ ਜਦੋਂ ਕੁਝ ਕੁ ਦਿਨ ਸਮਾਂ ਹੋਰ ਬੀਤਿਆ ਲੰਘਿਆ ਇਸ ਤਰ੍ਹਾਂ ਕੀਨ ਆਰੰਭਨ ਸਾਂਗ ਸੋ ਔਰੀ। ਮਹਾਰਾਜ ਨੇ ਇੱਕ ਹੋਰ ਹੀ ਸਵਾਂਗ ਆਰੰਭ ਲੈਣਾ ਕੀਤਾ ਹੈ, ਹੋਰ ਹੀ ਰੂਪ ਬਣਾ ਲਿਆ ਭਿਆਨਕ ਜਿਹਾ ਆਪਣਾ। ਇੱਕ ਦਿਨ ਸ਼ੁਰਾ ਬਾਂਧ ਘਟ ਸੰਗਾ। ਇੱਕ ਦਿਨ ਮਹਾਰਾਜ ਜਿਹੜਾ ਸ਼ੁਰਾ ਹੈ ਆਪਣੇ ਕਮਰ ਦੇ ਨਾਲ ਬੰਨ ਲਿਆ ਹੈ। ਧਾਨਕ ਰੂਪ ਧਰਿਓ ਸਰਬੰਗਾ। ਜਿਹੜਾ ਸਾਂਸੀਆਂ ਵਾਲਾ ਰੂਪ ਹੈ ਗਿੱਦੜ ਕੁੱਟ ਜਿਹਾ ਹੁੰਦਾ ਉਹ ਸਰੂਪ ਮਹਾਰਾਜ ਨੇ ਸਾਰੇ ਅੰਗਾਂ ਦੇ ਧਾਰ ਲਿਆ। ਇਹ ਧਾਨਕ ਸ਼ਿਕਾਰੀ ਨੂੰ ਕਿਹਾ ਜਾਂਦਾ ਜਾਂ ਧਨਖਧਾਰੀ ਨੂੰ। ਜਿਹੜੇ ਸ਼ਿਕਾਰੀ ਲੋਕ ਹੁੰਦੇ ਆ ਜਾਂ ਇੱਕ ਨੀਵੀਂ ਜਾਤ ਦਾ ਨਾਮ ਸਾਂਸੀ, ਅਤੇ ਉਹ ਇੱਕ ਮੈਲਾ ਜਿਹਾ ਵੇਸ ਹੁੰਦਾ ਵੀ ਕੁੱਤੇ ਰੱਖ ਲੈਣੇ ਮੰਗਣਾ ਆਪ ਅਤੇ ਸੂਰੀਆਂ ਰੱਖ ਲੈਣੀਆਂ ਐਵੇਂ ਤੂਤੀਆਂ ਜਿਹੇ ਵਜਾਉਂਦੇ ਫਿਰਨਾ। ਇਹੋ ਜਿਹਾ ਮਹਾਰਾਜ ਨੇ ਸਵਾਂਗ ਨਾ ਧਾਨਕ ਰੂਪ ਉਹ ਸਾਰੇ ਸਰੀਰਾਂ 'ਤੇ ਧਾਰ ਲਿਆ ਹੈ। ਸਰੀਰ 'ਤੇ ਐਵੇਂ ਮਹਾਰਾਜ ਜੀ ਨੇ ਲੱਸੀ ਦੇ ਛਿੱਟੇ ਮਾਰ ਲਏ, ਸੀਸ ਉੱਪਰ ਵਾਣ ਜਿਹੜਾ ਵਲੇਟ ਲਿਆ ਸੀਸ ਉੱਪਰ, ਸ਼ੁਰਾ ਜਿਹੜਾ ਇੱਕ ਇੱਥੇ ਅੜਾ ਲਿਆ ਕਮਰ ਦੇ ਵਿੱਚ। ਅਨਕ ਸੂਕਰੀ ਆਗੇ ਕੀਨੇ। ਬਹੁਤੀਆਂ ਜਿਹੜੀਆਂ ਸੂਰੀਆਂ ਅੱਗੇ ਲਾ ਲੈਣਾ ਕੀਤੀਆਂ। ਕੂਕਰ ਕਿਤਕ ਪਿਛਾਰੀ ਲੀਨੇ। 3-4 ਕੁੱਤੇ ਕੁੱਤੀਆਂ ਪਿੱਛੇ ਲਾ ਲਏ, ਅੱਗੇ ਸੂਰ ਤੇ ਪਿੱਛੇ ਕੁੱਤੇ ਲਾ ਲਏ ਮਹਾਰਾਜ ਜੀ ਨੇ। ਪੁਰ ਤੇ ਨਿਕਸ ਬਾਹਰ ਪੇ ਠਾਂਡੇ। ਕਰਤਾਰਪੁਰ ਸਾਹਿਬ ਤੋਂ ਬਾਰ ਨਿਕਲ ਕੇ ਮਹਾਰਾਜ ਜਾ ਖੜੋਤੇ। ਸਿੱਖਾਂ ਦੇਖ ਬਿਸਮਤਾ ਬਾਢ। ਸਿੱਖਾਂ ਨੂੰ ਦੇਖ ਕੇ ਵੀ ਮਹਾਰਾਜ ਆ ਕੈਸਾ ਰੂਪ ਧਾਰਨ ਕਰ ਲਿਆ ਹੈ। ਬੜੀ ਹੈਰਾਨੀ ਵਧੀ ਹੈ, ਬੜੇ ਹੱਕੇ ਬੱਕੇ ਹੋ ਗਏ ਹੈ। ਰਹੀ ਨਾ ਸਰਦਾ ਅਧਿਕ ਡੁਲਾਏ। ਮਹਾਰਾਜ ਜੀ ਦਾ ਐਸਾ ਸਰੂਪ ਦੇਖ ਕੇ ਨਾ ਸ਼ਰਧਾ ਨਹੀਂ ਰਹੀ, ਬਹੁਤੇ ਡਾਵਾਂ ਡੋਲ ਹੋ ਗਏ, ਡਿੱਗ ਡੋਲੇ ਜੇ ਖਾਂਦੇ ਫਿਰਦੇ। ਭਾਈ ਗੁਰਦਾਸ ਜੀ ਲਿਖਦੇ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਿਹਾਰੇ, ਕਿ ਜੇ ਗੁਰੂ ਸਵਾਂਗ ਵਰਤਾ ਦੇਣਾ ਇਹੋ ਜਿਹਾ ਤੇ ਸਿੱਖ ਸਿਦਕ ਨਿਹਾਰੇ, ਭਾਵ ਸਿੱਖ ਸਿਦਕੀ ਨਾਲ ਵੇਖੇ, ਗੁਰੂ ਵੱਲ ਵੇਖੇ ਵੀ ਮਹਾਰਾਜ ਦੀ ਮੌਜ ਹੋਊਗੀ ਕੋਈ ਨਾ ਕੋਈ ਇਹਦੇ ਵਿੱਚ, ਡੋਲ ਹੀ ਨਾ ਜਾਵੇ, ਭੱਜ ਨਾਲ ਹੀ ਨਾ ਜਾਵੇ। ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਦੂਸਰਾ ਪਾਠ ਵੀ ਜੇ ਗੁਰੂ ਸਾਂਗ ਵਰਤਾਉਂਦਾ ਹੈ ਤੇ ਸਿੱਖ ਸਿਦਕ ਨਾ ਹਾਰੇ, ਕਿਤੇ ਭੱਜ ਹੀ ਨਾ ਜਾਏ ਵੀ ਗੁਰੂ ਨੂੰ ਕੀ ਹੋ ਗਿਆ। ਆ ਹੁਣ ਉਹੀਓ ਕਲਾ ਵਰਤ ਰਹੀ ਮਹਾਰਾਜ ਨੇ ਸਵਾਂਗ ਵਰਤਾ ਦਿੱਤਾ ਹੈ ਵੀ ਸਰੀਰ ਉੱਪਰ ਐਸਾ ਭੇਖ ਲਿਬਾਸ ਧਾਰ ਲਿਆ, ਪਿੱਛੇ ਅੱਗੇ ਸੂਰੀਆਂ ਲਾ ਲਈਆਂ, ਪਿੱਛੇ ਕੁੱਤੇ ਲਾ ਲਏ ਹਨ, ਕਮਰ ਵਿੱਚ ਛੁਰਾ ਅਡਾਇਆ, ਸੀਸ ਉੱਪਰ ਵਾਣ ਲਪੇਟਿਆ ਹੈ। ਅਤੇ ਜਿਵੇਂ ਕੋਈ ਗਿੱਦੜ ਕੁੱਟ ਜੇ ਹੁੰਦੇ ਨਾ ਉਹ ਐਵੇਂ ਮੰਗਣ ਵਾਲੇ, ਮਹਾਰਾਜ ਐਸਾ ਹੀ ਰੂਪ ਜਿਹਾ ਬਣਾ ਲਿਆ ਮੌਜ ਵਿੱਚ ਆ ਕੇ, ਅਤੇ ਸਰੀਰ ਉੱਪਰ ਲੱਸੀ ਦੇ ਛਿੱਟੇ ਛਿੜਕ ਲਏ ਹੈ। ਇਹ ਕੁਝ ਦੇਖ ਕੇ ਬਹੁਤਿਆਂ ਦੀ ਤਾਂ ਸ਼ਰਧਾ ਕੋਈ ਰਹੀ ਰੂਈ ਨਹੀਂ ਹੈ, ਡਾਵਾਂ ਡੋਲ ਜੇ ਹੋ ਗਏ, ਡੋਲ ਗਏ ਹੈ। ਕੌਣ ਜ਼ੋਰ ਜਾਂ ਬਿਟ ਪਹਿਲਾਏ। ਜਿਵੇਂ ਤਿੱਖੀ ਤੇਜ਼ ਹਨੇਰੀ ਹਵਾ ਆਵੇ ਜ਼ੋਰ ਨਾਲ ਤੇ ਬ੍ਰਿਛਾਂ ਦੀ ਜੜ੍ਹਾਂ ਨੂੰ ਹਿਲਾ ਦਿੰਦੀ ਹੈ, ਇਵੇਂ ਸ਼ਰਧਾ ਰੂਪੀ ਜੜ ਸਾਰਿਆਂ ਦੀ ਹਿੱਲ ਗਈ ਹੈ। ਤਜਿਓ ਸੰਗ ਪੁਰ ਬੈਠੇ ਆਈ। ਕੁਝ ਕੁ ਜਿਹੜੇ ਹੈ ਨਾ ਸਿੱਖ ਕੁਝ ਵੇਖ ਕੇ ਮਹਾਰਾਜ ਤੋਂ ਨਾ ਸੰਗ ਸਾਜ ਛੱਡ ਦਿੱਤਾ ਹੈ। ਕਰਤਾਰਪੁਰ ਸਾਹਿਬ ਆ ਕੇ ਬੈਠ ਗਏ ਵੀ ਹੁਣ ਕੀ ਕਰਨਾ, ਮਗਰ ਜਾ ਕੇ ਮਿਲਹਿ ਪਰਸ ਪਰ ਗਿਰਾ ਅਲਾਈ। ਆਪੋ ਵਿੱਚ ਹੀ ਮਿਲ ਕੇ ਤੇ ਇਵੇਂ ਬਚਨ ਕਹਿੰਦੇ ਇੱਕ ਦੂਸਰੇ ਨੂੰ। ਸ੍ਰੀ ਗੁਰ ਤੋਂ ਅਬ ਭਏ ਦੀਵਾਨੇ। ਕਹਿੰਦੇ ਵੇਖ ਲਓ, ਕਹਿੰਦੇ ਬੜੀ ਮਾੜੀ ਗੱਲ ਹੋਈ ਆ। ਇੱਕ ਤੇ ਮਹਾਰਾਜ ਦੀ ਉਮਰ ਵੱਡੀ ਹੋ ਗਈ ਆ, ਉੱਪਰੋਂ ਗੁਰੂ ਜਿਹੜੇ ਆ ਉਮਰ ਦੇ ਨਾਲ ਦੀਵਾਨੇ ਮਸਤਾਨੇ ਵੀ ਹੋ ਗਏ ਆ। ਕਰਨ ਕੋ ਕਰਮ ਜੇ ਆਸਮਨ ਠਾਨੇ। ਵੀ ਆਹ ਕਿੱਡਾ ਪੁੱਠਾ ਕੰਮ ਕੀਤਾ ਮਹਾਰਾਜ ਨੇ, ਕੀ ਧਾਰ ਲਿਆ ਮਨ ਵਿੱਚ, ਐਵੇਂ ਛੁਰਾ ਫੜ ਲਿਆ ਹੈ, ਫਿਰ ਕਮਰ ਵਿੱਚ ਡਾਲਿਆ, ਸਿਰ ਉੱਪਰ ਸੀਸ ਉੱਪਰ ਵਾਣ ਬੰਨ੍ਹ ਲਿਆ, ਕੁੱਤੇ ਪਿੱਛੇ ਲਾ ਲਏ, ਸੂਰੀਆਂ ਅੱਗੇ ਲਾ ਲਈਆਂ। ਇਹ ਗੁਰੂ ਸਾਹਿਬ ਜੀ ਨੇ ਕੀ ਪੁੱਠਾ ਕੰਮ ਹੀ ਕਰ ਲਿਆ ਹੈ।
रहन सांग क्यों हूँ नह बनही। ਐਵੇਂ ਹੁਣ ਕਿਵੇਂ ਸਾਡਾ ਉਹਨਾਂ ਨਾਲ ਰਹਿਣਾ ਹੋਊਗਾ? ਕਿਸੇ ਤਰ੍ਹਾਂ ਵੀ ਸਾਡਾ ਉਹਨਾਂ ਨਾਲ ਰਹਿਣਾ ਬਣਦਾ ਹੀ ਨਹੀਂ ਹੈ। ਅਸੀਂ ਕਾਹਨੂੰ ਐਵੇਂ ਮਸਤਾਨੇ ਦੀਵਾਨੇ ਹੋਈਏ। ਅਟਪਟ ਬਚਨ ਬਦਨ ਤੇ ਭਨਹੀ। ਐਵੇਂ ਕਵੀ ਸਾਹਿਬ ਜੀ ਕਹਿੰਦੇ ਵੀ ਉਹ ਵਿਚਾਰੇ ਜਿਹੜੇ ਡਿੱਗ ਡੋਲੇ ਜੇ ਖਾਂਦੇ ਫਿਰਦੇ ਨਾ ਐਸੇ ਸਿੱਖ ਅੱਡ ਪੱਟ ਆਵਾ ਤਾਵਾ ਐਵੇਂ ਉਲਟਾ ਸਿੱਧਾ ਜੇ ਮੁਖ ਤੋਂ ਕਹੀ ਜਾਂਦੇ ਹੈ। ਕਰੂਰ ਸਰੂਪ ਨਾ ਦੇਖਿਓ ਜਾਈ। ਕਹਿੰਦੇ ਵੀ ਮਹਾਰਾਜ ਦਾ ਕਿੰਨਾ ਸਖਤ ਸਰੂਪ ਹੈ, ਉਹ ਭਿਆਨਕ ਜਿਹਾ ਦਿਖ ਰਿਹਾ, ਦੇਖਿਆ ਨਹੀਂ ਜਾ ਰਿਹਾ। ਸੂਕਰ ਕੂਕਰ ਨਿਜ ਸੰਗ ਲਾਈ। ਇਹ ਕਮਾਲ ਹੋ ਗਈ ਹੈ, ਸੂਰ ਕੁੱਤੇ ਨਾਲ ਲਾ ਲਏ ਅੱਗੇ ਪਿੱਛੇ। ਨਹ ਲਹਣੇ ਨਹ ਇੱਕ ਲਹਣੇ ਨਹ ਤਿਆਗਿਓ ਸਾਥਾ। ਇਸ ਤਰ੍ਹਾਂ ਕਹਿ ਕੇ ਨਾ ਸਾਰਿਆਂ ਨੇ ਕਹਿੰਦੇ ਸਾਥ ਛੱਡ ਦਿੱਤਾ ਹੈ। ਇੱਕ ਭਾਈ ਲਹਿਣੇ ਨੇ ਮਹਾਰਾਜ ਦਾ ਸਾਥ ਨਹੀਂ ਛੱਡਿਆ ਹੈ। ਨਿਕਟ ਠਾਂਡ ਪਾ ਜੋਰੇ ਹੱਥਾ। ਮਹਾਰਾਜ ਜੀ ਦੇ ਕੋਲ ਹੀ ਖੜੋਤਾ ਹੋਇਆ ਤੇ ਦੋਵੇਂ ਹੱਥ ਜੋੜੇ ਹੋਏ ਨਿਮਰਤਾ ਨਾਲ। ਤਨ ਮਨ ਧਨ ਨਿਰਮਾਇਲ ਕੀਨਾ। ਕਿਉਂ ਖੜੇ ਆ? ਕਿਉਂਕਿ ਉਹਨਾਂ ਨੇ ਤਨ ਵੀ ਮਨ ਵੀ ਧਨ ਵੀ ਸਤਿਗੁਰੂ ਜੀ ਨੂੰ ਤੇ ਅਰਪਣ ਕੀਤਾ ਹੋਇਆ। ਸੱਚਾ ਪਾਤਸ਼ਾਹ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ। ਕੈਸੇ ਹਟੇ ਸਰ ਪਰ ਜੇ ਦੀਨਾ। ਕੈਸੇ ਹਟੇ ਸਮਰ ਪਰ। ਕੈਸੇ ਹਟੇ ਸਮਰਪ ਜੇ ਦੀਨਾ। ਭਾਈ ਉਹ ਕਿਸ ਤਰ੍ਹਾਂ ਹਟਣ, ਕਿਸ ਤਰ੍ਹਾਂ ਮੁੜੇ ਜਿਹਨੇ ਆਪਣਾ ਤਨ ਮਨ ਧਨ ਹੀ ਗੁਰੂ ਨੂੰ ਸਮਰਪਣ ਕਰ ਦਿੱਤਾ ਹੈ। ਜਿਹਨੇ ਇਹ ਕਹਿ ਦਿੱਤਾ ਮਹਾਰਾਜ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ। ਸਾਧ ਸੰਗਤ ਜੀ ਉਹ ਪਿੱਛੇ ਕਿਵੇਂ ਹੋਵੇ? ਕਿਉਂਕਿ ਜਿੱਥੇ ਗੁਰੂ ਹੈ ਉੱਥੇ ਫਿਰ ਤਨ ਮਨ ਧਨ ਹੋਊਗਾ ਨਾ। ਜਦੋਂ ਗੁਰੂ ਦਾ ਤੇ ਗੁਰੂ ਕੋਲ ਹੀ ਹੋਊਗਾ। ਤੇ ਉਹ ਤੇ ਜਿਹੜਾ ਘਰ ਆ ਕੇ ਬੈਠਾ ਗੁਰੂ ਕਿਤੇ ਹੈ, ਫਿਰ ਉਹਦਾ ਸਰੀਰ ਵੀ ਆਪਣਾ ਤੇ ਮਨ ਵੀ ਆਪਣਾ, ਧਨ ਵੀ ਆਪਣਾ। ਭਾਈ ਲਹਿਣਾ ਜੀ ਨੇ ਤੇ ਤਿੰਨੇ ਚੀਜ਼ਾਂ ਹੀ ਸਤਿਗੁਰੂ ਜੀ ਨੂੰ ਦਿੱਤੀਆਂ ਹੋਈਆਂ ਕਿ ਜਿਸ ਕਾ ਤਨ ਮਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤੇ ਉਹ ਹੁਣ ਕਿਵੇਂ ਪਿਛਾਂ ਨੂੰ ਮੁੜਨਾ? ਸ੍ਰੀ ਸਤਿਗੁਰ ਮੁਖ ਤਿਹ ਸ਼ਨ ਮਾਹੀ। ਉਧਰੋਂ ਗੁਰੂ ਸਾਹਿਬ ਜੀ ਨਹੀਂ ਦੇਖ ਰਹੇ ਵੀ ਭਾਈ ਲਹਿਣਾ ਸਾਡੇ ਨਾਲ ਹੈ, ਵੀ ਬੜਾ ਸਿੱਖ ਹੈ। ਮਹਾਰਾਜ ਕੋਈ ਧਿਆਨ ਨਹੀਂ ਦੇ ਰਹੇ, ਬਸ ਮੌਜ ਵਿੱਚ ਆ ਕੇ ਸੁਭਾਏ ਮਾਨ ਸਤਿਗੁਰੂ ਜੀ ਮੁਖੋਂ ਉਸ ਵੇਲੇ ਸ਼ਬਦ ਉਚਾਰਨ ਕੀਨ ਤਹਾਹੀ। ਉੱਥੇ ਖੜੋਤਿਆਂ ਵਿਚਰਦਿਆਂ ਮਹਾਰਾਜ ਜੀ ਨੇ ਜਿਹੜਾ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਏਕ ਸਵਾਨ ਦੋਏ ਸਵਾਨੀ ਨਾਲ। ਸ੍ਰੀ ਰਾਗ ਹੈ ਮਹੱਲਾ ਪਹਿਲਾ। ਪਹਿਲੇ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਘਰ ਚੌਥੇ ਸੁਰਤਾਲ ਜਗਾਉਣ ਦੀ ਆਗਿਆ ਹੈ। ਜਿਵੇਂ ਜਦੋਂ ਮਹਾਰਾਜ ਨੇ ਸਵਾਂਗ ਧਾਰਿਆ ਹੈ, ਕਹਿੰਦੇ ਵੀ 300 ਕੁ ਸਿੱਖ ਹੀ ਸਿਦਕੀ ਰਹਿ ਗਏ ਸਨ ਗੁਰੂ ਦੀ ਹਜ਼ੂਰੀ ਵਿੱਚ। ਭਾਈ ਭਗੀਰਥ, ਭਾਈ ਸਧਾਰਨ, ਬਾਬਾ ਬੁੱਢਾ ਸਾਹਿਬ ਜੀ, ਭਾਈ ਲਹਿਣਾ ਜੀ ਅਤੇ ਹੋਰ ਸਿਦਕੀ ਸਿੱਖ 300 ਕੁ ਦੇ ਕਰੀਬ ਰਹਿ ਗਏ ਸਨ। ਅਤੇ ਜਦੋਂ ਮਹਾਰਾਜ ਨੇ ਐਸਾ ਸਰੂਪ ਧਾਰਨ ਕੀਤਾ, ਧਾਨਕ ਰੂਪ, ਅਤੇ ਪਰਮੇਸ਼ਰ ਵੱਲੋਂ ਆਕਾਸ਼ਬਾਣੀ ਹੋਈ ਵੀ ਗੁਰੂ ਨਾਨਕ ਸਾਹਿਬ ਜੀ ਅਸਾਂ ਨੇ ਤਾਂ ਤੁਹਾਨੂੰ ਇੱਥੇ ਸਾਧਨਾ ਵਾਹਿਗੁਰੂ ਦਾ ਸ਼ੁਭ ਉਪਦੇਸ਼ ਦੇਣ ਵਾਸਤੇ ਭੇਜਿਆ ਹੋਇਆ, ਅਤੇ ਤੁਸਾਂ ਨੇ ਆਹ ਕਿਹੜਾ ਸਰੂਪ ਧਾਰਨ ਕਰ ਲਿਆ। ਤੁਹਾਡੀ ਤੇ ਸਾਰੇ ਪਾਸੇ ਜਿਹੜੇ ਆ ਜੈ ਜੈਕਾਰ ਹੈ, ਸਭ ਤੁਹਾਨੂੰ ਮੰਨਦੇ ਪੂਜਦੇ, ਤੁਸਾਂ ਨੇ ਐਸਾ ਰੂਪ ਕਿਉਂ ਧਾਰਨ ਕੀਤਾ ਹੈ। ਅਤੇ ਗੁਰੂ ਮਹਾਰਾਜ ਵੀ ਉਸ ਵੇਲੇ ਕਹਿਣ ਲੱਗੇ ਪਰਮੇਸ਼ਰ ਵਾਹਿਗੁਰੂ ਜੀ ਇਹ ਸਾਡਾ ਰੂਪ ਅਸੀਂ ਬਾਹਰੋਂ ਤਾਂ ਧਾਰਨ ਕੀਤਾ ਵੀ ਜੀਵਾਂ ਦੀ ਇਹੋ ਜਿਹੀ ਹਾਲਤ ਹੈ। ਜਿਵੇਂ ਅਸਾਂ ਨੇ ਆਹ ਕੁਝ ਧਾਰਨ ਕਰਕੇ ਲਈ ਫਿਰਦੇ ਨਾ ਨਾਲ ਕੁੱਤੇ ਕੁੱਤੀਆਂ, ਅਤੇ ਇਹਨਾਂ ਨੂੰ ਵੇਖ ਕੇ ਲੋਕ ਕਿਵੇਂ ਉਹ ਨਫ਼ਰਤ ਕਰਨ ਲੱਗ ਪਏ ਵੀ ਲਾਗੋਂ ਕੋਲੋਂ ਨੱਠ ਭੱਜ ਗਏ ਵੀ ਗੁਰੂ ਨੇ ਇਹ ਕਿਹੋ ਜਿਹਾ ਰੂਪ ਧਾਰਨ ਕਰ ਲਿਆ ਭਿਆਨਕ, ਵੀ ਮਹਾਰਾਜ ਨੇ ਸਾਂਸੀ ਰੂਪ ਧਾਰਨ ਕਰ ਲਿਆ। ਹੇ ਪਰਮੇਸ਼ਰ, ਇਹ ਜੀਵਾਂ ਦੀ ਹਾਲਤ ਹੈ, ਕਲਯੁਗ ਜੀਵਾਂ ਦੀ। ਸਾਡੇ ਨਾਲ ਤਾਂ ਪ੍ਰਤੱਖ ਇਹ ਕੁਝ ਚੱਲ ਰਿਹਾ ਹੈ, ਇਹਨਾਂ ਦੇ ਅੰਦਰ ਸਭ ਕੁਝ ਜੋ ਚੱਲ ਰਿਹਾ ਹੈ, ਪਰਮੇਸ਼ਰ ਦੇ ਸਨਮੁਖ ਹੀ ਇਹ ਸ਼ਬਦ ਉਚਾਰਦੇ ਹਨ। ਏਕ ਸਵਾਨ ਦੋਏ ਸਵਾਨੀ ਨਾਲ। ਗੁਰੂ ਮਹਾਰਾਜ ਕਹਿੰਦੇ ਜਿਵੇਂ ਇੱਕ ਅਸਾਂ ਨੇ ਕੁੱਤਾ ਲਿਆ ਹੋਇਆ, ਦੋ ਨਾਲ ਕੁੱਤੀਆਂ ਲੈ ਲਈਆਂ ਹਨ। ਭਲਕੇ ਭੌਕਹ ਸਦਾ ਬਿਆਲ। ਤੇ ਜਿਸ ਵੇਲੇ
ਬਿਆਲ ਕਹੀਏ ਪਾਉਣ ਦੇ ਭਲਕੇ। ਬਿਆਲ ਜਦੋਂ ਹਵਾ ਚੱਲਦੀ ਹੈ, ਹਵਾ ਦੇ ਚੱਲਣ ਨਾਲ ਬ੍ਰਿਛਾਂ ਦੇ ਪੱਤੇ ਹਿਲਦੇ ਹੈ ਸਵੇਰੇ ਸਵੇਰ, ਅਤੇ ਇਹ ਬਿਆਲ ਕਹੀਏ ਆਕਾਸ਼ ਵੱਲ ਵੇਖ ਕੇ ਇਹ ਕੁੱਤੇ ਅਤੇ ਕੁੱਤੀਆਂ ਭੌਂਕਦੇ ਹਨ ਹਮੇਸ਼ਾ ਹੀ ਸਵੇਰੇ ਸਵੇਰੇ ਹੀ। ਕੂੜ ਛੁਰਾ ਮੁੱਠਾ ਮੁਰਦਾਰ, ਕੂੜ ਛੁਰਾ ਮੁੱਠਾ ਮਰਦਾਰ। ਇੱਕ ਜਿਹੜਾ ਛੁਰਾ ਅਸਾਂ ਨੇ ਲੈ ਲਿੱਤਾ ਹੈ, ਅਤੇ ਇਸੇ ਤਰ੍ਹਾਂ ਉਹ ਜੋ ਛੁਰਾ ਲਿਆ ਹੈ, ਇੱਕ ਝੂਠਾ ਛੁਰਾ ਮਾਰੇ ਕਹਿੰਦੇ ਅਸਾਂ ਨੇ ਲੈ ਲਿਆ ਹੈ, ਅਤੇ ਜਿਹਦਾ ਜੋ ਛੁਰਾ ਹੈ ਕਾਹਦਾ ਲੱਕੜ ਦਾ, ਅਤੇ ਮੁਰਦਾਰ ਜਿਹੜਾ ਕਿਸੇ ਮੁਰਦੇ ਨੂੰ, ਜਿਹੜਾ ਮਰੇ ਹੋਏ ਨੂੰ ਵੀ ਨਹੀਂ ਕੱਟ ਸਕਦਾ। ਧਾਨ ਕਰੂਪ ਰਹਾ ਕਰਤਾਰ, ਕਰਤਾਰ ਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਾਂ ਦੀ ਪ੍ਰੀਖਿਆ ਲੈਣ ਵਾਸਤੇ ਇਸ ਵਜ੍ਹਾ ਨਾਲ, ਇਸ ਤਰ੍ਹਾਂ ਨਾਲ ਭਿਆਨਕ ਰੂਪ ਵਿੱਚ ਰਹਿਣਾ ਕੀਤਾ ਹੈ। ਮਹਾਰਾਜ ਅਸੀਂ ਤਾਂ ਧਾਰਨ ਕੀਤਾ ਸਿੱਖਾਂ ਦੀ ਪ੍ਰੀਖਿਆ ਲੈਣ ਵਾਸਤੇ। ਇਸੇ ਤਰ੍ਹਾਂ ਹੀ ਮਹਾਰਾਜ ਫਰਮਾਉਂਦੇ ਹਨ, ਏਕ ਸਵਾਨ ਦੋਏ ਸਵਾਨੀ ਨਾਲ। ਗੁਰੂ ਮਹਾਰਾਜ ਅਸਲ ਵਿੱਚ ਜੀਵਾਂ ਦੀ ਜਿਹੜੀ ਦਸ਼ਾ ਹਾਲਤ ਹੈ ਨਾ, ਕਲਯੁਗ ਦੇ ਜੀਵਾਂ ਦੀ, ਉਹ ਵਰਣਨ ਕਰਕੇ ਦੱਸ ਰਹੇ ਹੈ। ਹੇ ਪਰਮੇਸ਼ਰ, ਇਸ ਸੰਸਾਰੀ ਜੀਵਾਂ ਦੇ ਨਾਲ ਇੱਕ ਤੇ ਹੈ ਸਵਾਨ ਕੁੱਤਾ, ਲੋਭ ਰੂਪੀ ਕੁੱਤਾ। ਲੋਭ ਰੂਪੀ ਕੁੱਤਾ ਇਹਨਾਂ ਦੇ ਨਾਲ ਹੈ, ਅਤੇ ਆਸਾ ਅਤੇ ਤ੍ਰਿਸ਼ਨਾ ਰੂਪੀਆਂ ਦੋ ਕੁੱਤੀਆਂ ਨਾਲ ਹੈ। ਈਰਖਾ ਅਤੇ ਦਵੈਸ਼ ਰੂਪੀ ਕੁੱਤੀਆਂ ਦੋ ਨਾਲ ਲਈ ਫਿਰਦੇ ਹਨ ਇਹ ਜੀਵ। ਭਲਕੇ ਭੌਂਕਹਿ ਸਦਾ ਬਿਆਲ, ਭਲਕੇ ਸਵੇਰੇ ਸਵੇਰੇ ਦਿਨ ਚੜ੍ਹਦਿਆਂ ਹੀ ਇਹ ਆਸਾ ਤ੍ਰਿਸ਼ਨਾ ਰੂਪੀ ਜਿਹੜੀਆਂ ਕੁੱਤੀਆਂ ਹੈ, ਇਹ ਭੌਂਕਣ ਲੱਗ ਪੈਂਦੀਆਂ ਹੈ। ਬਿਆਲ ਕਹੀਏ ਕਿ ਇਹ ਵਾਸ਼ਨਾ ਦੇ ਅਨੁਸਾਰ ਭੌਂਕਦੀਆਂ ਹਨ ਆਸਾ ਅਤੇ ਤ੍ਰਿਸ਼ਨਾ ਰੂਪੀ ਕੁੱਤੀਆਂ ਸਵੇਰ ਚੜ੍ਹਦਿਆਂ ਹੀ। ਇਸੇ ਤਰ੍ਹਾਂ ਲੱਭ ਰੂਪੀ ਕੁੱਤਾ ਹੈ, ਆਸਾ ਤ੍ਰਿਸ਼ਨਾ ਰੂਪੀ ਕੁੱਤੀਆਂ ਹਨ। ਬਿਆਲ ਜਿਹੜੇ ਪਦਾਰਥ ਹੈ, ਪਦਾਰਥਾਂ ਵਾਸਤੇ ਸਵੇਰੇ ਸਵੇਰੇ ਭੌਂਕਣਾ ਸ਼ੁਰੂ ਕਰ ਦਿੰਦੀਆਂ, ਭੌਂਕਣ ਲੱਗ ਪੈਂਦੀਆਂ ਆਸਾ ਵੀ ਅਤੇ ਤ੍ਰਿਸ਼ਨਾ ਵੀ। ਕੂੜ ਛੁਰਾ ਮੁੱਠਾ ਮਰਦਾਰ, ਕੂੜ ਜਿਹੜਾ ਹੈ ਝੂਠ ਰੂਪੀ ਛੁਰਾ, ਅਤੇ ਇਹਨਾਂ ਜੀਵਾਂ ਨੇ ਮਨ ਰੂਪੀ ਹੱਥ ਦੇ ਵਿੱਚ ਫੜਿਆ ਹੋਇਆ ਹੈ, ਅਤੇ ਜਿਹੜਾ ਜੀਵਾਂ ਨੂੰ ਇੱਕ ਦੂਜੇ ਨੂੰ ਠੱਗ ਰਹੇ ਹੈ, ਇਹ ਮੁਰਦੇ ਦੀ ਨਿਆਈ ਮਾਸ ਖਾ ਰਹੇ ਹਨ। ਧਾਨ ਕਰੂਪ ਰਹਾ ਕਰਤਾਰ, ਹੇ ਪਰਮੇਸ਼ਰ ਕਰਤਾਰ, ਇਸ ਕਰਕੇ ਸੰਸਾਰੀ ਜੀਵ ਜਿਹੜੇ ਹੈ ਸਾਂਸੀ ਰੂਪ ਹੀ ਇਹਨਾਂ ਨੇ ਧਾਰਨ ਕੀਤਾ ਹੋਇਆ, ਜੀਵਾਂ ਦਾ ਮਾਸ ਹੀ ਖਾ ਰਹੇ ਆ, ਨੋਚ ਨੋਚ ਕੇ, ਠੱਗੀਆਂ ਮਾਰ ਮਾਰ ਕੇ। ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ। ਇਹ ਜੀਵ ਜਿਹੜੇ ਕਲਯੁਗੀ ਹੈ, ਜਾਂ ਸਤਿਗੁਰ ਜੀ ਵੱਲੋਂ ਅਰਥ ਵੀ ਮੈਂ ਪਤ ਕੀ, ਪਰਮੇਸ਼ਰ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਤੇ ਬਹੁਤ ਹਰ ਪਾਸੇ ਜੈ ਜੈਕਾਰ ਹੋ ਰਹੀ ਹੈ, ਫਿਰ ਤੁਸਾਂ ਨੇ ਇਸ ਰੂਪ ਕੋ ਧਾਰਨ ਕੀਤਾ। ਮਹਾਰਾਜ ਕਹਿੰਦੇ ਮੈਂ ਅਸਾਂ ਨੇ ਜਿਹੜੀ ਇੱਜ਼ਤ ਅਬਰੂ ਦੀ ਜਿਹੜੀ ਵੀ ਉਹ ਕੀ ਕਰਨੀ ਹੈ, ਇੱਜ਼ਤ ਅਬਰੂ ਅਸੀਂ ਕੀ ਕਰਨੀ, ਅਸੀਂ ਤਾਂ ਚਾਹੁੰਦੇ ਨਹੀਂ ਉਸ ਰਸਤੇ 'ਤੇ ਅਸੀਂ ਆਪਣਾ ਚਰਨ ਨਹੀਂ ਦਿੰਦੇ, ਭਾਵੇਂ ਲੋਕ ਕਰਦੇ ਹੀ ਹੈ। ਇਸੇ ਤਰ੍ਹਾਂ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਇਹ ਮੈਂ ਜਿਹੜੇ ਹੰਗਤਾ ਮਮਤਾ ਵਾਲੇ ਜੀਵ ਨਾ, ਹੰਗ ਕਰਨ ਵਾਲੇ, ਮੈਂ ਕਰਨ ਵਾਲੇ, ਇਹ ਪਤ ਕਹੀਏ ਪਰਮੇਸ਼ਰ ਦੀ ਜਿਹੜੀ ਭਗਤੀ ਕਰਨੀ ਰੂਪੀ ਕਾਰ, ਤੇ ਕੀ ਕਰਨੀ ਇਹਨਾਂ ਨੇ, ਉੱਧਰ ਤੇ ਪੰਧ ਕਹੀਏ ਪੈਰ ਵੀ ਨਹੀਂ ਦਿੰਦੇ, ਉੱਧਰ ਤੇ ਪੈਰ ਪਾਉਂਦੇ ਨਹੀਂ ਵੀ ਉੱਧਰ ਵੀ ਭਗਤੀ ਵੀ ਕਰਨੀ ਹੈ, ਸੰਸਾਰ 'ਤੇ ਆਏ ਆ। ਇਸੇ ਤਰ੍ਹਾਂ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਜਿਹੜੇ ਹੰਗਤਾ ਮਮਤਾ ਵਾਲੇ ਜੀਵ ਹੈ ਨਾ, ਇਹ ਜਿਹੜੇ ਕਹਿੰਦੇ ਵੀ ਜਿਹੜੇ ਕਰਦੇ ਸਰੀਰ ਕਰਕੇ ਮੈਂ ਕਰੀ ਜਾਂਦੇ ਹੈ, ਜਾਂ ਹੰਗਤਾ ਕਰਕੇ ਮਮਤਾ ਕਰਕੇ ਕਰੀ ਜਾਂਦੇ ਹੈ, ਮੇਰਾ 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 ਮੇਰਾ। ਹੇ ਪਰਮੇਸ਼ਰ, ਇਹ ਮੈਂ ਮੇਰੇ ਵਾਲੇ ਜੀਵ ਪਤ ਕਹੀਏ ਪਰਮੇਸ਼ਰ ਦੀ ਪ੍ਰਾਪਤੀ ਰੂਪ ਜਿਹੜੀ ਕਰਨੀ ਹੈ, ਉਹ ਇਹਨਾਂ ਕਾਰ ਕੀ ਕਰਨੀ ਹੈ, ਉੱਧਰ ਤੇ ਪੰਧ ਕਹੀਏ ਉਹਦੀ ਤੇ ਸਿੱਖਿਆ ਹੀ ਨਹੀਂ ਲੈਂਦੇ, ਉਸ ਸਿੱਖਿਆ ਵੱਲ ਤੇ ਜੀਵ ਪੈਰ ਹੀ ਨਹੀਂ ਪਾਉਂਦੇ। ਹਾਂ ਬਿਗੜਾ ਰੂਪ ਰਹਾ ਬਿਕਰਾਲ, ਬਸ ਹੰਗਤਾ ਮਮਤਾ ਕਰਕੇ, ਮੈਂ ਮੇਰਾ ਕਰਕੇ ਇਹ ਇਹਨਾਂ ਦਾ ਜਿਹੜਾ ਸਰੂਪ ਆਤਮਿਕ ਸਰੂਪ ਤੋਂ ਵਿਗੜੇ ਹੋਏ ਹੈ, ਭੁੱਲੇ ਹੋਏ ਹੈ, ਅਤੇ ਰਹਾ ਬਿਕਰਾਲ
ਭਿਆਨਕ ਰੂਪ ਹੋ ਰਹੇ ਹੈ, ਬੜੇ ਡਰਾਉਣੇ ਹੋ ਰਹੇ ਹੈ। ਤੇਰਾ ਏਕ ਨਾਮ ਤਾਰੇ ਸੰਸਾਰ। ਅਸਲ ਵਿੱਚ ਪਰਮੇਸ਼ਰ ਵਾਹਿਗੁਰੂ ਤੇਰਾ ਇੱਕੋ ਇੱਕ ਨਾਮ ਹੀ ਇਹ ਸੰਸਾਰ ਸਮੁੰਦਰ ਤੋਂ ਤਾਰ ਸਕਦਾ ਹੈ। ਮੈਂ ਏਹਾ ਆਸ ਇਹੋ ਆਧਾਰ। ਸਾਨੂੰ ਜੀਵਾਂ ਨੂੰ ਤੇ ਇਹੋ ਤੇਰੇ ਨਾਮ ਦੀ ਆਸਾ ਹੈ ਤਰਨ ਵਾਸਤੇ, ਇੱਕ ਤੇਰੇ ਇਹੋ ਨਾਮ ਦਾ ਹੀ ਆਸਰਾ ਹੈ। ਰਹਾਉ ਮੁਖ ਨਿੰਦਾ ਆਖਾ ਦਿਨ ਰਾਤ। ਮੁੱਖੋਂ ਕਲਯੁਗ ਦੇ ਜੀਵ ਰਾਤ ਦਿਨ ਨਿੰਦਾ ਹੀ ਆਖੀ ਜਾਂਦੇ ਆ, ਨਿੰਦਾ ਭੰਡੀ ਕਰੀ ਜਾਂਦੇ ਇੱਕ ਦੂਸਰੇ ਦੀ। ਪਰ ਕਰ ਜੋਹੀ ਨੀਚ ਸਨਾਤ। ਪਰ ਘਰ ਪਰਾਇਆਂ ਦੇ ਘਰ ਵੱਲ ਲੁੱਟਣ ਵਾਸਤੇ ਤੱਕਦੇ ਆ ਰਾਤ ਦਿਨ, ਕਿਦੋਂ ਲੁੱਟਿਆ ਜਾਏ। ਇਸ ਕਰਕੇ ਮੰਦ ਕਰਮਾਂ ਕਰਕੇ ਨੀਚ ਹੈ ਤੇ ਸਨਾਤ ਕੀ ਭੂਤਨੇ ਹੋ ਰਹੇ। ਪਰ ਘਰ ਜੋਹੀ ਪਰਾਇਆਂ ਦੇ ਘਰ ਕਹੀਏ, ਪਰਾਏ ਦੇ ਘਰ ਜਾ ਕੇ ਪਰਾਈਆਂ ਇਸਤਰੀਆਂ ਨੂੰ ਤੱਕਦੇ ਕਲਯੁਗੀ ਜੀਵ। ਮੰਦ ਕਰਮਾਂ ਕਰਕੇ ਨੀਚ ਹਨ ਤੇ ਭੂਤਨੇ ਹੋ ਰਹੇ, ਭੂਤਨਿਆਂ ਵਾਲੇ ਕੰਮ ਕਰ ਰਹੇ ਐ। ਕਾਮ ਕ੍ਰੋਧ ਤਨ ਵਸਹਿ ਚੰਡਾਲ। ਇਸ ਤਰ੍ਹਾਂ ਇਹਨਾਂ ਦੇ ਸਰੀਰ ਵਿੱਚ, ਦੇਹ ਦੇ ਵਿੱਚ ਜਿਹੜੇ ਚੰਡਾਲ ਹੈ, ਕਾਮ ਤੇ ਕ੍ਰੋਧ ਉਹ ਵਸ ਰਹੇ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਤੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਚੰਡਾਲ ਸਰੀਰ ਦੇ ਵਿੱਚ ਵਸ ਰਹੇ ਕਲਯੁਗੀ ਜੀਵਾਂ ਦੇ। ਧਾਨ ਕਰੂਪ ਰਹਾ ਕਰਤਾਰ। ਜਿਸ ਕਰਕੇ ਪਰਮੇਸ਼ਰ ਇਹ ਕਲਯੁਗ ਦੇ ਸੰਸਾਰੀ ਜੀਵ ਇਹ ਧਾਨਕ ਸਾਂਸੀ ਰੂਪ ਵਾਲੇ ਹੋ ਰਹੇ ਹੈ। ਜੀਵਾਂ ਦਾ ਮਾਸ ਨੋਚ ਨੋਚ ਖਾ ਰਹੇ ਐਸੇ ਭਿਆਨਕ ਰੂਪ ਵਾਲੇ ਹੋ ਰਹੇ ਹੈ। ਪਾਹੀ ਸੁਰਤ ਮਲੂਕੀ ਵੇਸ। ਇਹਨਾਂ ਦਾ ਐਸਾ ਢੰਗ ਤਰੀਕਾ ਫੜਿਆ ਹੋਇਆ ਹੈ ਵੀ ਫਾਹੀ ਜਿਹੜੀ ਸੁਰਤ ਇਹਨਾਂ ਦੀ ਉਹ ਫਾਹੀ ਚ ਪਾਉਣ ਵਾਲੀ ਹੈ। ਅੱਖਾਂ ਮੀਟ ਲੈਂਦੇ ਆ ਤੇ ਇਹ ਵਿਖਾਉਂਦੇ ਆ ਵੀ ਮੈਨੂੰ ਜਿਹੜੀ ਹੈ ਮਾਇਆ ਦੀ ਲੋੜ ਨਹੀਂ ਹੈ, ਤੇ ਅੰਦਰ ਮਾਇਆ ਦੀ ਤ੍ਰਿਸ਼ਨਾ ਲੱਗੀ, ਅੱਗ ਲੱਗੀ ਹੋਈ ਵੀ ਕਿਹੜਾ ਵੇਲਾ ਹੋਵੇ ਮੈਨੂੰ ਪੈਸੇ ਮਿਲ ਜਾਣ। ਫਿਰ ਸੁਰਤੀ ਇਹਨਾਂ ਦੀ ਇਹੋ ਜਿਹੀ ਹੈ ਕਿ ਪਿੱਠ ਪਿੱਛੇ ਵੇਖਦੇ ਆ, ਸਾਹਮਣੇ ਨਹੀਂ ਦੇਖਦੇ ਰੂਪ, ਤੇ ਸੋਚਦੇ ਵੀ ਬੜਾ ਤਿਆਗੀ ਆ ਮੈਂ, ਕਾਮ ਤੋਂ ਰਹਿਤ ਹਾਂ। ਇਹੋ ਜਿਹੀ ਸੁਰਤੀ ਹੈ। ਉਹ ਸੁਰਤੀ ਝੂਠੀ ਲਾਉਂਦੇ ਆ, ਰੂਪ ਦੇ ਭੁੱਖੇ ਹੈ, ਮਾਇਆ ਦੇ ਭੁੱਖੇ ਹੈ। ਇਹ ਫਾਈ ਪਾਉਣ ਵਾਲੀ ਇਹਨਾਂ ਦੀ ਸੁਰਤੀ ਹੈ। ਤੇ ਮਲੂਕੀ ਵੇਸ, ਬਾਦਸ਼ਾਹ ਵਾਲਾ ਇਹਨਾਂ ਦਾ ਵੇਸ ਹੈ। ਅੱਜ ਕਲਯੁਗ ਦੇ ਜੀਵਾਂ ਦਾ ਆਪਣਿਆਂ ਨੂੰ ਬਾਦਸ਼ਾਹ ਮੰਨਦੇ, ਮਾਇਆ ਦੀ ਕਹਿੰਦੇ ਲੋੜ ਨਹੀਂ ਹੈ, ਤੇ ਮਿਲਦੀ ਹੈ ਤੇ ਛੱਡਦੇ ਵੀ ਨਹੀਂ ਹੈ। ਇਸੇ ਤਰ੍ਹਾਂ ਮਲੂਕੀ ਵੇਸ ਸਾਧਾ ਸੰਤਾਂ ਵਾਲਾ ਵੇਸ ਲਿਬਾਸ ਹੈ। ਸੁਰਤ ਫਾਈ ਵਿੱਚ ਪਾਉਣ ਵਾਲੀ, ਰੂਪ ਦੀ ਸ਼ਿਕਾਰੀ ਹੈ, ਰੂਪ ਦੇ ਮਾਰੇ ਹੋਏ ਹੈ। ਹਾਂ ਠੱਗ ਵਾੜਾ ਠੱਗੀ ਦੇਸ। ਇਹ ਹੰਗਤਾ ਵਾਲਾ ਜੀਵ, ਹੰਗਤਾ ਮਮਤਾ ਵਾਲਾ ਠੱਗੀ ਰੂਪੀ ਦੇਸ਼ 'ਚ ਵਸ ਰਿਹਾ ਹਮੇਸ਼ਾ। ਜਿਸ ਕਰਕੇ ਇਹ ਹਮੇਸ਼ਾ ਐਸੇ ਠੱਗੀ ਵਾਲੇ ਦੇਸ਼ 'ਚ ਵਸਣੇ ਕਰਕੇ ਠੱਗੀਆਂ ਮਾਰਨ ਨੂੰ ਇਹਦਾ ਚਿੱਤ ਕਰਦਾ ਇਹਦਾ ਵੀ ਠੱਗੀਆਂ ਇੱਥੋਂ ਵੱਜਣ, ਇੱਥੋਂ ਵੱਜਣ। ਇਵੇਂ ਠੱਗਵਾੜਾ ਹੋ ਕੇ ਠੱਗੀ ਮਾਰਨ ਵਾਲਾ ਹੀ ਹੋ ਰਿਹਾ ਹੰਗਤਾ ਮਮਤਾ ਵਿੱਚ ਆ ਕੇ, ਮੈਂ ਮੇਰੀ ਕਰਕੇ। ਖਰਾ ਸਿਆਣਾ ਬਹੁਤਾ ਭਾਰ। ਉਂਝ ਇਹ ਜੀਵ ਖਰਾ ਬੜਾ ਚੰਗਾ ਸਿਆਣਾ ਬਣਦਾ, ਕਹਿੰਦਾ ਮੈਂ ਬੜਾ ਸਿਆਣਾ। ਜਿਹੋ ਜਿਹਾ ਮੈਂ ਸਿਆਣਾ ਇਹੋ ਜਿਹੀ ਕਿਸੇ ਨੂੰ ਸਿਆਣਪ ਨਹੀਂ ਹੈਗੀ ਮੇਰੇ ਜਿੰਨੀ, ਪਰ ਬਹੁਤਾ ਪਾਪਾਂ ਦਾ ਭਾਰ ਹੀ ਨਾਲ ਚੁੱਕੀ ਫਿਰਦਾ ਵੱਡਾ ਸਿਆਣਾ। ਧਾਨਕ ਰੂਪ ਰਹਾ ਕਰਤਾਰ। ਇਹ ਪਰਮੇਸ਼ਰ ਕਲਯੁਗ ਦੇ ਸੰਸਾਰੀ ਜੀਵ ਇਹੋ ਜਿਹੀ ਭੈੜੀ ਮੱਤ ਕਰਕੇ ਭਿਆਨਕ ਰੂਪ ਵਾਲੇ ਹੋ ਰਹੇ ਹੈ। ਠੱਗੀਆਂ ਮਾਨ ਰੂਪੀ ਸਾਂਸੀ ਹੋ ਰਹੇ ਹੈ। ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਮੈਂ ਕਹੀਏ ਇੱਥੇ ਸਤਿਗੁਰੂ ਜੀ ਤੋਂ ਅਰਥ ਨਹੀਂ ਲਾ ਲੈਣਾ, ਕਿਉਂਕਿ ਕਈ ਸਿੱਧਾ ਕਹਿ ਦਿੰਦੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਮਹਾਰਾਜ ਨੇ ਕੀ ਨਹੀਂ ਜਾਣਿਆ, ਮਹਾਰਾਜ ਨੇ ਤਾਂ ਸਭ ਕੁਝ ਜਾਣਿਆ। ਕੀ ਗੁਰੂ ਨੇ ਐਸਾ ਕੀਤਾ, ਮਹਾਰਾਜ ਨੇ ਤਾਂ ਕੁਝ ਨਹੀਂ ਐਸਾ ਕੀਤਾ ਵੀ ਜੋ ਜਾਣਿਆ ਨਹੀਂ ਹੈ। ਇਹ ਜੀਵ ਅਰਥ ਹੈ ਮੈਂ ਤੋਂ ਕਰਨਾ, ਮੈਂ ਮੇਰੀ ਵਾਲਾ ਜਿਹੜਾ ਜੀਵ ਹੈ ਹੰਗਤਾ ਮਮਤਾ ਵਾਲਾ, ਉਹੀ ਕਰਦੇ ਵੀ ਆ ਮੈਂ ਹਾਂ, ਆ ਮੇਰਾ ਹੈ, ਇਹ ਸਾਡਾ ਹੈ, ਆ ਤੁਹਾਡਾ ਹੈ, ਇਹ ਸਾਡੇ ਹਾਲ ਹੈ। ਗੁਰੂ ਦਾ ਤਾਂ ਕੋਈ ਹਾਲ ਨਹੀਂ ਹੋ ਜਿਹਾ। ਇਵੇਂ ਇੱਥੋਂ ਅਰਥ ਲੈਣਾ ਮੈਂ ਤੋਂ ਵੀ ਅਸੀਂ ਤਮਾਮ ਜੀਵ ਹੰਗਤਾ ਮਮਤਾ ਵਾਲੇ ਜਿਹੜੇ ਜੀਵ ਹੈ, ਹੇ ਪਰਮੇਸ਼ਰ ਤੇਰੇ ਕੀਤੇ ਹੋਏ ਉਪਕਾਰਾਂ ਨੂੰ ਨਹੀਂ ਜਾਣਦੇ, ਇਸ ਕਰਕੇ ਅਸੀਂ ਹਰਾਮ ਖੋਰ ਹਾਂ। ਅਸੀਂ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮੱਤ।
ਲੂਣ ਹਰਾਮੀ ਆ ਤੇ ਗੁਨੇਗਾਰ ਹਾਂ। ਇੱਥੇ ਗੁਰਬਾਣੀ ਸ਼ਬਦ ਵੇਖੋ ਆਇਆ ਹਰਾਮਖੋਰ, ਤੇ ਕਈ ਕਹਿੰਦੇ ਵੀ ਇਹ ਤਾਂ ਗੁਰੂ ਘਰ ਸਿੱਧੀਆਂ ਗਾਲਾਂ ਕੱਢੀ ਜਾਂਦੇ। ਹੁਣ ਇਸੇ ਗੁਰਬਾਣੀ 'ਚ ਹੀ ਆ ਗਿਆ ਅਸੰਖ ਚੋਰ ਹਰਾਮਖੋਰ। ਹਰਾਮਖੋਰ ਕਹਿ ਲਓ, ਹਰਾਮਜ਼ਾਦਾ ਕਹਿ ਲਓ, ਨਮਕ ਹਰਾਮੀ ਕਹਿ ਲਓ, ਇੱਕ ਹੀ ਗੱਲ ਹੈ। ਅਤੇ ਮਹਾਰਾਜ ਜੀ ਇਹ ਦੱਸ ਰਹੇ ਵੀ ਇਹ ਹੰਗਤਾ ਵਾਲੇ ਜੀਵ ਨੇ ਸੱਚਾ ਪਾਤਸ਼ਾਹ ਤੇਰੇ ਕੀਤੇ ਹੋਏ ਜਿਹੜੇ ਉਪਕਾਰ ਹੈ ਅਤੇ ਉਹਨਾਂ ਨੂੰ ਇਹਨੇ ਜਾਣਿਆ ਕੋਈ ਨਹੀਂ, ਜਿਸ ਕਰਕੇ ਨਮਕ ਹਰਾਮੀ ਹੈ। ਵੀ ਕੀ ਜਾਣਿਆ? ਜਨਮ ਤੁਸੀਂ ਦਿੱਤਾ, ਮਾਂ ਦੇ ਪੇਟ 'ਚ ਤੁਸਾਂ ਨੇ ਰੱਖਿਆ ਕੀਤੀ। ਜਦੋਂ ਜਨਮ ਦੇ ਦਿੱਤਾ, ਮਾਂ ਦੇ ਅਸਥਾਨਾਂ ਵਿੱਚ ਦੁੱਧ ਲਿਆਦਾ ਅਤੇ ਜੀਵ ਨੇ ਛਕਣਾ ਸ਼ੁਰੂ ਕੀਤਾ। ਹੋਸ਼ ਸੰਭਾਲੀ ਹੈ, ਹੋਸ਼ ਸੰਭਾਲ ਕੇ ਪਰਮਾਤਮਾ ਨੂੰ ਪਤਾ ਲੱਗਾ ਵੀ ਹੁਣ ਇਹਨੇ ਲੰਗਰ ਛਕਣਾ, ਇਹਨੂੰ ਦੰਦ ਦੇ ਦਈਏ, ਦੰਦ ਦੇ ਦਿੱਤੇ, ਤੁਸੀਂ ਉਪਕਾਰ ਕੀਤਾ। ਉਹ ਨਹੀਂ ਹਿਸਾਬ ਕਿਤਾਬ ਇਹਨੇ ਜਾਣਿਆ ਵੀ ਮੈਨੂੰ ਮਾਂ ਦੀ ਪੇਟ 'ਚ ਰੱਖਿਆ ਹੈ, ਮੈਨੂੰ ਜੰਮਦਿਆਂ ਦੁੱਧ ਦਿੱਤਾ ਹੈ, ਮੈਨੂੰ ਛਕਣ ਵਾਸਤੇ ਦੰਦ ਦਿੱਤੇ ਹੈ। ਸਭ ਤੋਂ ਵੱਡੀ ਗੱਲ, ਮੈਨੂੰ ਪਰਮਾਤਮਾ ਨੇ ਜਿਹੜਾ ਹੈ ਮਾਤਾ ਦੇ ਪੇਟ ਦੀ ਅਗਨੀ ਤੋਂ ਰੱਖਿਆ ਹੈ, ਜਿੱਥੇ ਮੈਂ ਹਿੱਲ ਨਹੀਂ ਸੀ ਸਕਦਾ, ਜਿੱਥੇ ਬੋਲ ਨਹੀਂ ਸੀ ਸਕਦਾ, ਜਿੱਥੇ ਮੈਂ ਸਿੱਧਾ ਨਹੀਂ ਸੀ ਹੋ ਸਕਦਾ। ਅਤੇ ਕੀ ਇਹਨੇ ਉਪਕਾਰ ਜਾਣਿਆ ਜੀਵ ਨੇ? ਇਹ ਤਾਂ ਕਰਕੇ ਹਰਾਮਖੋਰ ਹੈ। ਉਹ ਦਿੱਤੇ ਹੋਏ ਸਮਾਸ ਪਰਮਾਤਮਾ ਦੇ ਲਈ ਫਿਰਦਾ ਹੈ ਅਤੇ ਕਹਿੰਦਾ ਟਾਈਮ ਮੇਰਾ ਹੈ ਨਹੀਂ ਗੁਰੂ ਵਾਸਤੇ। ਅਤੇ ਇਹ ਕੀ ਹਰਾਮਖੋਰ ਹੀ ਹੈ ਨਾ। ਇਸੇ ਤਰ੍ਹਾਂ ਪਰਮੇਸ਼ਰ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਤੂੰ ਉਪਕਾਰ ਕੀਤਾ। ਇਹ ਜੀਵ ਨੂੰ ਮਾਂ ਪਿਓ ਦਿੱਤੇ ਪਰਵਰਿਸ਼ ਵਾਸਤੇ, ਸਗੇ ਸੰਬੰਧੀ ਦਿੱਤੇ ਹੈ, ਭਰਾ ਦਿੱਤੇ ਹੈ, ਇਸੇ ਤਰ੍ਹਾਂ ਗਵਾਂਢ ਮੱਥਾ ਦਿੱਤਾ ਮਦਦ ਵਾਸਤੇ, ਇਹਦੇ ਛਕਣ ਛਕਾਉਣ ਵਾਸਤੇ ਤੁਸਾਂ ਨੇ ਅੰਨ ਪੈਦਾ ਕੀਤੇ ਹੋਏ ਹੈ। ਕਿੰਨਾ ਕੁਝ ਮਹਾਰਾਜ ਤੁਸੀਂ ਦਿੱਤਾ। ਇਹਨੂੰ ਛਕਣ ਲਈ ਪਾਣੀ ਦਿੱਤਾ ਹੋਇਆ ਜਿਹੜਾ ਇੰਨਾ ਮਹਿੰਗਾ ਹੈ, ਜਿਹੜਾ ਕਈ ਇਲਾਕਿਆਂ ਵਿੱਚ ਪਾਣੀ ਮਿਲਦਾ ਨਹੀਂ ਹੈ ਸਾਧ ਸੰਗਤ ਜੀ। ਉਹਨੂੰ ਪਾਣੀ ਦਿੱਤਾ, ਉਹਦੀ ਕੀਮਤ ਨਹੀਂ ਜਾਣਦਾ, ਡੋਲੀ ਜਾਂਦਾ ਤਗੜਾ ਹੋ ਕੇ। ਇਹ ਕਿੰਨੇ ਤੁਸਾਂ ਨੇ ਉਪਕਾਰ ਕੀਤੇ ਹੈ, ਕੋਈ ਕਹਿ ਨਹੀਂ ਜਾ ਸਕਦਾ। ਹਵਾ ਦਿੱਤੀ ਤੁਸਾਂ ਨੇ ਸਵਾਸ ਲੈਣ ਵਾਸਤੇ, ਸੱਚਾ ਪਾਤਸ਼ਾਹ ਜਿਹੜੇ ਹਵਾ ਕਰਕੇ ਸਾਨੂੰ ਸਵਾਸ ਆ ਰਹੇ ਹੈ। ਰਹਿਣ ਵਾਸਤੇ ਸੋਹਣੇ ਘਰ ਦਿੱਤੇ ਹੈ, ਛੱਤਾਂ ਦਿੱਤੀਆਂ, ਛਕਣ ਵਾਸਤੇ ਫਲ ਦਿੱਤੇ ਹੈ, ਕੀ ਕੁਝ ਨਹੀਂ ਦਿੱਤਾ। ਇਵੇਂ ਮੈਂ ਕੀਤਾ ਨਾ ਜਾਤਾ ਹਰਾਮਖੋਰ। ਪਰਮਾਤਮਾ ਹੰਗਤਾ ਮਮਤਾ ਵਾਲੇ ਜੀਵ ਨੇ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਜੇਬਾਂ 'ਚ ਪਾ ਲਈਆਂ, ਪਰ ਤੇਰੇ ਉਪਕਾਰਾਂ ਨੂੰ ਕੀਤਾ ਹੋਇਆ ਜਾਣਿਆ ਨਹੀਂ, ਜਿਸ ਕਰਕੇ ਨਮਕ ਹਰਾਮੀ ਹੈ। ਇਹ ਲੂਣ ਹਰਾਮੀ ਹਰਾਮਖੋਰ ਹੈ। ਹਉ ਕਿਆ ਮੋਹ ਦੇਸਾ ਦੁਸ਼ਟ ਚੋਰਾ। ਇਸ ਕਰਕੇ ਇਹ ਹੰਗਤਾ ਹਉ ਕਹੀਏ, ਹਉ ਕਰਨ ਵਾਲਾ, ਹੰਗਤਾ ਮਮਤਾ ਵਾਲਾ ਜਿਹੜਾ ਜੀਵ ਹੈ, ਇਹ ਪਰਮੇਸ਼ਰ ਬੜਾ ਦੁਸ਼ਟ ਹੈ। ਇਹ ਦੁਸ਼ਟ ਹੈ, ਤੇਰਾ ਨਾਮ ਨਹੀਂ ਜਪਦਾ, ਤੇਰੀ ਸੇਵਾ ਨਹੀਂ ਕਰਦਾ ਅਤੇ ਤੇਰੇ ਨਾਮ ਤੋਂ ਮਨ ਚੁਰਾਉਂਦਾ ਹੈ। ਨਾਮ ਜਪਣ ਲੱਗਿਆ ਹੇਰਾ ਫੇਰੀਆਂ ਕਰਦਾ, ਇਸ ਕਰਕੇ ਬੜਾ ਤਕੜਾ ਚੋਰ ਹੈ। ਅਤੇ ਤਸਕਰ ਜੋ ਨਾਮ ਨਾ ਲੇਵ ਹੈ, ਮਹਾਰਾਜ ਗੁਰਬਾਣੀ 'ਚ ਲਿਖਦੇ ਹੈ, ਉਹ ਮਹਾਰਾਜ ਵੱਡੇ ਚੋਰ ਹੈ, ਜਿਹੜਾ ਤੇਰਾ ਨਾਮ ਨਹੀਂ ਲੈਂਦੇ, ਤੇਰਾ ਸ਼ੁਕਰ ਨਹੀਂ ਕਰਦੇ। ਅਤੇ ਇਸ ਕਰਕੇ ਹਉ ਕਿਆ ਮੋਹ ਦੇਸਾ ਦੁਸ਼ਟ ਚੋਰ। ਇਹ ਹੰਗਤਾ ਮਮਤਾ ਵਾਲਾ ਜੀਵ ਤੇਰੇ ਸੱਚਖੰਡ ਦੇਸ਼ ਵਿੱਚ ਕੀ ਮੂੰਹ ਜਾ ਕੇ ਦਿਖਾਊਗਾ, ਕੀ ਉੱਥੇ ਮੂੰਹ ਦਊ। ਇਹ ਜਿਹੜਾ ਐਡਾ ਦੁਸ਼ਟ ਹੋਇਆ ਫਿਰਦਾ, ਤੇਰੇ ਕੀਤੇ ਹੋਏ ਉਪਕਾਰਾਂ ਨੂੰ ਭੁਲਾਈ ਫਿਰਦਾ, ਤੇਰੇ ਨਾਮ ਤੋਂ ਮਨ ਇਹ ਚਰਾਉਂਦਾ, ਘੇਸਾ ਮਾਰਦਾ ਸਵੇਰੇ ਤੜਕੇ, ਇਹ ਮਾਰੇ ਕੀ ਤੇਰਾ ਕੀ ਮੂੰਹ ਦਿਖਾਊ ਉੱਥੇ। ਹਉ ਕਿਆ ਮੋਹ ਦੇਸਾਂ ਦੁਸ਼ਟ ਚੋਰ। ਇਹ ਹੰਗਤਾ ਵਾਲਾ ਜੀਵ ਉੱਥੇ ਸੱਚੀ ਦਰਗਾਹ ਵਿੱਚ ਤੇਰੇ ਦੇਸ਼ ਵਿੱਚ ਕੀ ਮੂੰਹ ਦਿਖਾਊਗਾ, ਜਿਹੜਾ ਐਡਾ ਦੁਸ਼ਟ ਅਤੇ ਐਡਾ ਨਮਕ ਹਰਾਮੀ ਚੋਰ ਹੈ। ਇਸੇ ਤਰ੍ਹਾਂ ਹੈ ਪਰਮੇਸ਼ਰ, ਇਹ ਚੋਰ ਕਿਉਂ ਹੈ? ਕਿਉਂਕਿ ਇਹ ਓਹਲੇ ਹੋ ਕੇ ਮਾੜੇ ਕੰਮ ਕਰਦਾ ਹੈ। ਇਹ ਤਾਂ ਚੋਰ ਹੈ ਤੁਹਾਡੇ ਵੱਲੋਂ, ਜਿਹੜਾ ਓਹਲੇ ਹੋ ਕੇ ਲੁਕਾ ਛਿਪੀਆਂ ਖੇਡਦਾ ਹੈ। ਤੁਹਾਡੇ ਤੋਂ ਤਾਂ ਕੋਈ ਗੱਲ ਲੁਕੀ ਨਹੀਂ ਹੈ। ਜਿਹੜੀਆਂ ਆਪਣੇ ਆਪ ਨੂੰ ਮਹਾਨ ਕਹਾ ਕੇ ਦੁਸ਼ਟਤਾਈਆਂ ਕਰਦਾ, ਐਸਾ ਜੀਵ ਪਰਲੋਕ ਵਿੱਚ ਕੀ ਮੂੰਹ ਦੇਵੇਗਾ, ਕਿੱਥੇ ਮੂੰਹ ਦਿਖਾਏਗਾ। ਨਾਨਕ ਨੀਚ ਕਹਿ ਵਿਚਾਰਾ। ਇੱਥੇ ਥੋੜ੍ਹਾ ਵਿਸ਼ਰਾਮ ਦੇ ਕੇ ਪੜ੍ਹਨਾ। ਨਾਨਕ ਨੀਚ ਕਹਿ ਵਿਚਾਰ, ਕਿਉਂਕਿ ਕਈ ਸਿਰ ਜਪਜੀ ਸਾਹਿਬ ਵੀ ਪੜ੍ਹਦੇ ਆ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਇਵੇਂ ਪੜ੍ਹਨਾ।
ਕਈ ਕਹਿੰਦੇ ਨਾਨਕ ਨੀਚ ਕਹੇ ਵਿਚਾਰ, ਵੀ ਮਹਾਰਾਜ ਨੀਚ ਥੋੜ੍ਹੀ ਸੱਚੇ ਪਾਤਸ਼ਾਹ। ਉਹ ਟਕਸਾਲਾਂ ਵਿੱਚ ਪੜ੍ਹਾਇਆ ਜਾਂਦਾ ਵੀ ਭਾਈ ਨਾਨਕ 'ਤੇ ਥੋੜ੍ਹਾ ਰੁਕਣਾ, ਨਾਨਕ ਨੀਚ ਕਹੇ ਵਿਚਾਰ। ਵੀ ਗੁਰੂ ਸਾਹਿਬ ਜੀ ਨੇ ਨੀਚਾਂ ਦੀ ਵਿਚਾਰ ਇੱਥੇ ਕਹੀ ਹੋਈ ਹੈ। ਇਹੀ ਸ਼ਬਦ ਉਹੀਓ ਤੁਕ ਇੱਥੇ ਆਈ ਹੈ, ਨਾਨਕ ਨੀਚ ਕਹੇ ਵਿਚਾਰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੇ ਕਲਯੁੱਗ ਦੇ ਨੀਚ ਹੈ ਨਾ ਜੀਵ, ਜਿਹੜੇ ਕੰਮਾਂ ਕਰਕੇ ਨੀਵੇਂ ਹੋਏ ਪਏ ਨੀਚੇ, ਇਹਨਾਂ ਦੀ ਵਿਚਾਰ ਕਹੀ ਹੈ ਸ਼ਬਦ ਵਿੱਚ। ਧਾਨਕ ਰੂਪ ਰਹਾ ਕਰਤਾਰ, ਕਰਤਾਰ ਸ੍ਰਿਸ਼ਟੀ ਦੇ ਕਰਤਾ ਹਰਤਾ ਪਰਮੇਸ਼ਰ। ਜੀਵਾਂ ਦੀ ਰੋਜੀ ਰੂਪੀ ਤਾਰ ਤੇਰੇ ਹੱਥ ਵਿੱਚ ਹੈ, ਸਵਾਸਾਂ ਰੂਪੀ ਤਾਰ ਤੇਰੇ ਹੱਥ ਵਿੱਚ ਹੈ। ਹੇ ਪਰਮੇਸ਼ਰ, ਜਿਸ ਕਰਕੇ ਕਲਯੁੱਗ ਦੇ ਸੰਸਾਰੀ ਜੀਵ ਧਾਨਕ ਰੂਪ ਭਿਆਨਕ ਰੂਪ ਵਾਲੇ ਸਾਂਸੀ ਰੂਪ ਵਾਲੇ ਹੋ ਰਹੇ ਆ, ਜੀਵਾਂ ਨੂੰ ਠੱਗਣ ਵਾਲੇ। ਚੌਪਈ ਰਾਗ ਅਲਾਪ ਊਚ ਸੁਰ ਸਾਥ,